श्री नानक अंगद गुरु अमरदास पद बंद रामदास अर्जन गुरु बर श्री हर गोबिंद हर राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है माणिक भगत वैराग श्री गुरु ग्रंथ साहिब बंदम कार्य अनुराग श्री गुरु शब्द कमाए जिना जीते पंच विकार तीन संतन को बंदना सिर चरणन पर धार एक अंकारा सतगुरु तेह प्रसाद सच होए वाहिगुरु जी की फतेह निगन विनाशन सोए एक अंकारा सतगुरु तेह प्रसाद सच होए वाहिगुरु जी की फतेह निगन विनाशन सोए। सतनाम श्री वाहिगुरु साहिब जी चौपई बूझे कुशल मधुर बच संगा सुख के सहत है शुभ गंगा पुत्र तुम्हारो हर गोबिंद बाल अवस्था है आनंद बूझे कुशल मधुर बच संगा वाहिगुरु जी का खालसा वाहिगुरु जी की फतेह। परम सम्मान योग चवर छतर तख्त दे मालक प्रगट गुरां की देह प्रतख हर धन धन सतगुरु आज श्री गुरु ग्रंथ साहिब महाराज जी दी पावन पवित्र सत संगत हजूरी दे अंदर नौवें गुरुदेव धर्म रखियक शहीद सतगुरु श्री गुरु तेग बहादुर साहब महाराज जी दे पावन पवित्र स्थान गुरुद्वारा श्री भोरा साहिब जी विखे ਐਤਵਾਰ ਦੇ ਦਿਹਾੜੇ ਸੰਧਿਆ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ ਦੇ ਹਾਜ਼ਰੀਆਂ ਭਰ ਕੇ ਦਰਸ਼ਨ ਦਿਦਾਰੇ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ ਆਪ ਜੋ ਨੇਮ ਪ੍ਰੇਮ ਦੇ ਨਾਲ ਪਾਤਸ਼ਾਹ ਦੇ ਪਾਵਨ ਸਥਾਨਾਂ ਦੀ ਯਾਤਰਾ ਕਰ ਰਹੇ ਹੋ ਹਾਜ਼ਰੀਆਂ ਭਰ ਕੇ ਲਾਹੇ ਲੈ ਰਹੇ ਹੋ ਚੱਲ ਰਹੀ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਦੇ ਅੰਦਰ ਆਪ ਜੀ ਨੇ ਕੱਲ ਪ੍ਰਸੰਗ ਸਰਵਣ ਕੀਤਾ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਚੌਥਾ ਪਦਾ ਸ਼ਬਦ ਦਾ ਉਚਾਰਿਆ ਬਾਬਾ ਮੋਹਨ ਜੀ ਉਹਨਾਂ ਦੀ ਸ਼ਲਾਘਾ ਕੀਤੀ ਵੀ ਤੁਸੀਂ ਇਹ ਮੋਹਨ ਜੀ ਗੁਰਬਾਣੀ ਨੂੰ ਸਾਂਭ ਕੇ ਰੱਖਣ ਦਾ ਜਿਹੜਾ ਵੱਡਾ ਕਾਰਜ ਕੀਤਾ ਹੈ ਇਹਦੇ ਨਾਲ ਹੁਣ ਕਈ ਲੱਖਾਂ ਹਜ਼ਾਰਾਂ ਲੋਕਾਂ ਦਾ ਭਲਾ ਹੋਵੇਗਾ। ਮੋਹਨ ਜੀ ਬੇਨਤੀ ਕਰਨ ਲੱਗੇ ਮਹਾਰਾਜ ਹੁਣ ਮੈਨੂੰ ਨਾਲ ਹੀ ਲੈ ਜਾਓ ਮੈਂ ਤੁਹਾਡਾ ਦਾਸ ਬਣ ਕੇ ਰਹਿਣਾ ਚਾਹੁੰਦਾ ਮੇਰੇ ਤੇ ਕਿਰਪਾ ਕਰੋ ਜੇ ਮੇਰੇ ਤਪਸ਼ ਮਿਟੀ ਆ ਫਾਰਾ ਮਿਟਿਆ ਹੁਣ ਮੈਨੂੰ ਆਪਣੇ ਨਾਲ ਰੱਖੋ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿਣ ਲੱਗੇ ਬਾਬਾ ਜੀ ਤੁਸੀਂ ਇੱਥੇ ਹੀ ਕਹਿੰਦੇ ਵੀ ਆਪਣੀ ਗਿਆਨ ਸਮਾਧੀ ਧਿਆਨ ਸਮਾਧੀ ਦੇ ਵਿੱਚ ਚੁਬਾਰਾ ਸਾਹਿਬ ਹੀ ਰਹੋ ਗੁਰੂ ਨਾਨਕ ਸਾਹਿਬ ਦੀ ਬਾਣੀ ਪੜੋ ਤੁਹਾਡੀ ਬੰਸ ਸੁਧਰ ਜੇਗੀ ਤੇ ਇਸ ਕਰਕੇ ਤੁਹਾਡਾ ਇੱਥੇ ਹੀ
ਟਿਕਣਾ ਸ਼ੋਭਦਾ ਹੈ। ਜੇ ਮਹਾਰਾਜ ਸਾਹਿਬ ਜੀ ਨੇ ਕਿਹਾ, ਬਾਬਾ ਮੋਹਨ ਜੀ ਨੇ ਬਚਨ ਸੱਤ ਕਰਕੇ ਮੰਨ ਲਿਆ। ਬਾਬਾ ਮੋਹਰੀ ਜੀ ਨੂੰ ਪਤਾ ਲੱਗਾ ਵੀ ਪੰਜਵੇਂ ਪਾਤਸ਼ਾਹ ਆਏ ਨੇ ਤੇ ਬਾਬੇ ਮੋਹਨ ਜੀ ਨੇ ਸਾਡੇ ਵੱਡੇ ਭਰਾ ਨੇ ਉਹਨਾਂ ਨੂੰ ਨਮਸਕਾਰ ਕੀਤੀ, ਜਿਨ੍ਹਾਂ ਨੇ ਆਪਣੇ ਪਿਤਾ ਗੁਰੂ ਅਮਰਦਾਸ ਜੀ ਦਾ ਬਚਨ ਨਹੀਂ ਮੰਨਿਆ ਸੀ ਅੰਤਿਮ ਸਮੇਂ ਦਾ। ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਨਿਮਰ ਨਹੀਂ ਹੋਏ। ਅੱਜ ਗੁਰੂ ਅਰਜਨ ਦੇਵ ਸਾਹਿਬ ਅੱਗੇ ਝੁਕ ਗਏ ਹਨ। ਬੜੇ ਖੁਸ਼ ਹੋਏ ਵੀ ਸਾਡਾ ਭਾਈ ਫੇਰ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਨਾਲ ਜੁੜ ਗਿਆ। ਮੋਹਰੀ ਜੀ ਆਏ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਨਮਸਕਾਰ ਕੀਤੀ, ਬੇਨਤੀ ਕਰਕੇ ਸਤਿਕਾਰ ਦੇ ਨਾਲ ਆਪਣੇ ਘਰ ਦੇ ਵਿੱਚ ਲੈ ਕੇ ਗਏ ਹਨ। ਅੱਗੋਂ ਮਹਾਰਾਜ ਦੀ ਜੋ ਮਾਮੀ ਹੈ ਉਹਨੇ ਵੀ ਬੜਾ ਸਤਿਕਾਰ ਕੀਤਾ ਸਤਿਗੁਰਾਂ ਦਾ, ਤੇ ਬੜੇ ਚਾਅ ਉਤਸ਼ਾਹ ਦੇ ਨਾਲ ਸਾਰਾ ਪਰਿਵਾਰ ਮਿਲਿਆ। ਜਿੱਥੇ ਗੁਰੂ ਰੂਪ ਵਿੱਚ ਹਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਤੇ ਸਿੱਖ ਰੂਪ ਦੇ ਵਿੱਚ ਪਰਿਵਾਰ ਮਿਲ ਰਿਹਾ ਹੈ, ਉੱਥੇ ਨਾਲ ਮਨ 'ਚ ਵੀ ਚਾਅ ਹੁੰਦਾ ਹੈ ਵੀ ਸਾਡੇ ਵੱਡੇ ਭਾਗ ਨੇ ਵੀ ਗੁਰੂ ਅਰਜਨ ਦੇਵ ਮਹਾਰਾਜ ਨਾਲ ਸਾਡਾ ਸੰਸਾਰੀ ਸੰਬੰਧ ਵੀ ਹੈ, ਵੀ ਅਸੀਂ ਨਾਨਕੇ ਲੱਗਦੇ ਹਾਂ ਪਾਤਸ਼ਾਹ ਦੇ। ਇਹ ਕਰਕੇ ਬਾਬਾ ਮੋਹਰੀ ਜੀ ਦੇ ਘਰੋਂ ਜੋ ਬੀਬੀ ਹੈ ਗੁਰੂ ਅਮਰਦਾਸ ਜੀ ਦੀ ਨੂੰਹ, ਉਹਨੂੰ ਬੜਾ ਚਾਅ ਹੈ। ਗੁਰੂ ਅਰਜਨ ਦੇਵ ਸਾਹਿਬ ਜਦੋਂ ਘਰੇ ਆਏ ਹੈ, ਮਹਾਰਾਜ ਤੋਂ ਧਨ ਪਦਾਰਥ ਬੜਾ ਕੁਝ ਵਾਰ ਕੇ ਦਾਨ ਕੀਤਾ ਪ੍ਰੇਮ ਦੇ ਨਾਲ, ਜਿਵੇਂ ਮਹਾਰਾਜ ਨਾਲ ਬਚਨ ਬਲਾਸ ਹੋ ਰਹੇ ਨੇ। ਆਓ ਪਾਵਨ ਇਤਿਹਾਸ ਸਰਵਣ ਕਰੀਏ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨ ਕਮਲਾਂ ਦਾ ਧਰੀਏ ਧਿਆਨ। ਰਸਨਾ ਕਰੋ ਪਿੱਤਰ ਲਵਾਓ ਹਾਜ਼ਰੀ, ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਾਉ ਪਈ ਬੂਝੀ ਕੁਸ਼ਲ ਮਦਰ ਪਤ ਸੰਗਾ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਾਬਾ ਮੋਹਰੀ ਜੀ ਦੇ ਘਰੇ ਜਾਣ ਤੇ ਸਵਾਗਤ ਹੋਇਆ, ਮਹਾਰਾਜ ਸਾਹਿਬ ਜੀ ਦੀ ਮਾਮੀ ਉਹਨੇ ਸਤਿਕਾਰ ਕੀਤਾ ਤੇ ਸਤਿਗੁਰਾਂ ਦੇ ਕੋਲੋਂ ਸਾਰੀ ਕੁਸ਼ਲ ਪ੍ਰਸੰਨਤਾ ਸੁਖ ਸ਼ਾਂਤ ਪੁੱਛਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ। ਸੁਖ ਕੇ ਸਹਿਤ ਆਹੈ ਸ਼ੁਭ ਗੰਗਾ। ਮਾਮੀ ਜੀ ਕਹਿਣ ਲੱਗੇ, ਮਹਾਰਾਜ ਤੁਹਾਡੇ ਮਹਿਲ ਸਾਡੀ ਨੂੰਹ ਗੰਗਾ ਜੀ ਸੁਖ ਦੇ ਸਹਿਤ ਹੈ ਨਾ, ਉਹਨਾਂ ਦੇ ਸੁਖ ਖੈਰੀਅਤ ਸਭ ਆਨੰਦ ਤਾਂ ਹੈ। ਪੁੱਤਰ ਤੁਮਾਰੋ ਹਰਿ ਗੋਬਿੰਦ। ਫਿਰ ਤੁਹਾਡੇ ਸਾਹਿਬਜ਼ਾਦੇ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ, ਬਾਲ ਅਵਸਥਾ ਆਹੈ ਆਨੰਦ। ਜੋ ਬਾਲ ਅਵਸਥਾ ਦੇ ਵਿੱਚ ਨੇ ਉਹਨਾਂ ਨੂੰ ਸਭ ਆਨੰਦ ਤੇ ਹੈ ਨਾ, ਕਿਉਂਕਿ ਸਰੀਰ ਤੇ ਸੁਣਿਆ ਵੀ ਉਹਨਾਂ ਦੇ ਕਸ਼ਟ ਆਏ ਨੇ 2-3 ਰਾਂ, ਵੀ ਹੁਣ ਸਾਹਿਬਜ਼ਾਦੇ ਚੜ੍ਹਦੀ ਕਲਾ ਆਨੰਦ ਵਿੱਚ ਤਾਂ ਹਨ। ਕੁਸ਼ਲੀ ਸਕਲ ਅਪਰ ਪਰਵਾਰਾ। ਤੇ ਬਾਕੀ ਜਿਹੜਾ ਮਹਾਰਾਜ ਜੀ ਪਰਿਵਾਰ ਹੈ, ਮਹਾਦੇਵ ਜੀ ਜਾਂ ਜਿੰਨੇ ਵੀ ਦਾਸ ਦਾਸੀਆਂ ਸਿੱਖ ਸੇਵਕ, ਉਹ ਸਾਰੇ ਸੁਖ ਖੈਰੀਅਤ ਦੇ ਸਹਿਤ ਹਨ। ਸਭ ਦੀ ਸੁਖ ਸ਼ਾਂਤ ਪੁੱਛੀ ਹੈ। ਸਭ ਸੁਖ ਸਾਥ ਸਰੀਰ ਤੁਮਾਰਾ। ਤੇ ਮਹਾਰਾਜ ਆਪ ਜੀ ਵੀ ਦੱਸੋ ਵੀ ਤੁਹਾਡਾ ਵੀ ਸਰੀਰ ਸੁਖ ਦੇ ਸਹਿਤ ਹੈ, ਆਨੰਦ ਦੇ ਸਹਿਤ ਹੈ, ਕਿਉਂਕਿ ਵੱਡੇ ਹਨ, ਮਾਮੀ ਜੀ ਹਨ, ਤੇ ਮਾਂ ਦੇ ਮਾਮੀ 'ਚ ਫਰਕ ਕੋਈ ਨਹੀਂ। ਤੇ ਇਸ ਤਰ੍ਹਾਂ ਜੇ ਮਾਵਾਂ ਨੂੰ ਹੁੰਦਾ ਹੈ ਨਾ, ਭਾਵੇਂ ਕਿੱਡੇ ਵੱਡੇ ਬੱਚੇ ਹੋ ਜਾਣ ਤੇ ਉਹ ਪਿਆਰ ਹੁੰਦਾ, ਇਸੇ ਤਰ੍ਹਾਂ ਮਹਾਰਾਜ ਨੂੰ ਪੁੱਛਦੇ ਨੇ ਬਾਬਾ ਮੋਹਰੀ ਜੀ ਦੇ ਮਹਿਲ ਵੀ ਤੁਹਾਡੇ ਵੀ ਮਹਾਰਾਜ ਸਰੀਰ ਦੇ ਸੁਖ ਖੈਰੀਅਤ ਹੈ ਨਾ, ਤੁਸੀਂ ਵੀ ਚੜ੍ਹਦੀ ਕਲਾ ਵਿੱਚ ਹੋ। ਸ਼੍ਰੀ ਅਰਜਨ ਸੁਨ ਕੈ ਸਭ ਸ਼੍ਰੋਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਆਪਣੇ ਕੰਨਾਂ ਦੇ ਜਦੋਂ ਮਾਮੀ ਜੀ ਦੇ ਐਸੇ ਬਚਨ ਸੁਣੇ, ਕਹਿਓ ਕਿਰਪਾ ਤੁਮਰੀ ਸੁਖ ਭਾਵਨ। ਕਹਿਣ ਲੱਗੇ, ਮਾਮੀ ਜੀ
ਆਪ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਬੰਸੋ ਸਾਰੇ ਤੇ ਤੁਹਾਡੀ ਕਿਰਪਾ ਦੇ ਨਾਲ ਸਾਡੇ ਘਰ ਵਿੱਚ ਸਭ ਸੁਖ ਸ਼ਾਂਤ ਹੈ। ਤੁਮ ਹੋ ਵੱਡੇ ਆਸ਼ਿਕਾ ਦੇਹੋ, ਤੁਸੀਂ ਵੱਡੇ ਹੋ ਸਾਡੇ ਤੇ ਸਾਨੂੰ ਅਸੀਸ ਦਿਓ ਵੀ ਇਸੇ ਤਰ੍ਹਾਂ ਹੀ ਆਨੰਦ ਬਣਿਆ ਰਹੇ। ਜਾਂ ਤੇ ਸਭ ਸੁਖ ਹਮਰੇ ਗ੍ਰਹਿਓ, ਕਿਉਂਕਿ ਅਸੀਸਾਂ ਦਿੰਦੇ ਰਹਿੰਦੇ ਹੋ, ਸਾਡੀ ਸੁਖ ਮੰਗਦੇ ਹੋ, ਇਸ ਕਰਕੇ ਮਹਾਰਾਜ ਕਹਿੰਦੇ ਵੀ ਸਾਡੇ ਘਰ ਦੇ ਸਭ ਸੁਖ ਆਨੰਦ ਹੈ। ਏਮ ਸੁਨ ਮਾਤੁਲ ਪਤਨੀ ਫੇਰ, ਇਹ ਜਦੋਂ ਮਹਾਰਾਜ ਜੀ ਦੇ ਕੋਲ ਮਾਮੀ ਜੀ ਨੇ ਸੁਣਿਆ ਬਚਨ ਤੇ ਫਿਰ ਕਹਿਣ ਲੱਗੇ, ਕਹਿ ਕਰਨਾ ਜੁਤ ਬਾਕ ਬਡੇਰ, ਬਹੁਤ ਹੀ ਕਰੁਣਾ ਦੇ ਰਸ ਦੇ ਵਿੱਚ ਭਿੱਜ ਕਰਕੇ ਤੇ ਮਹਾਰਾਜ ਜੀ ਨੂੰ ਕਹਿੰਦੇ ਹਨ, ਰਾਮਦਾਸ ਅਰ ਬੀਬੀ ਭਾਨੀ, ਕਹਿੰਦੇ ਮਹਾਰਾਜ ਵੇਖੋ ਸਤਿਗੁਰੂ ਰਾਮਦਾਸ ਸਾਹਿਬ ਤੇ ਸਾਡੀ ਵੱਡੀ ਭੈਣ ਬੀਬੀ ਭਾਨੀ ਜੀ ਗਮਨੇ ਜੁਗ ਬੈਕੁੰਠ ਸਥਾਨੀ, ਆ ਦੋਵੇਂ ਸਤਿਗੁਰੂ ਰਾਮਦਾਸ ਜੀ ਵੀ ਤੇ ਬੀਬੀ ਭਾਨੀ ਜੀ ਵੀ ਸੱਚਖੰਡ ਨੂੰ ਚਲੇ ਗਏ ਹਨ, ਸਰੀਰ ਤਿਆਗ ਗਏ ਹਨ। ਤਬ ਤੇ ਤੁਮਨੇ ਹਮੈ ਭੁਲਾਇਓ, ਮਾਮੀ ਨੇ ਥੋੜਾ ਜਿਹਾ ਦੁੱਖ ਮਨਾਇਆ ਵੀ ਮਹਾਰਾਜ ਵੇਖੋ ਜਦੋਂ ਦੇ ਗੁਰੂ ਰਾਮਦਾਸ ਸਾਹਿਬ ਤੇ ਬੀਬੀ ਭਾਨੀ ਜੀ ਅਕਾਲ ਚਲਾਣਾ ਕਰ ਗਏ ਨੇ, ਤੁਸੀਂ ਤਾਂ ਸਾਨੂੰ ਭੁਲਾ ਹੀ ਦਿੱਤਾ। ਕਬਹੁ ਨ ਕਛ ਸੰਦੇਸ਼ ਪਠਾਇਓ, ਕਦੀ ਕਹਿੰਦੇ ਕੋਈ ਆਪਣਾ ਸੁਖ ਸ਼ਾਂਤ ਦਾ ਸੁਨੇਹਾ ਚਿੱਠੀ ਪੱਤਰ ਭੇਜਿਆ ਹੀ ਨਹੀਂ ਸਾਡੇ ਤਾਈਂ, ਕੋਈ ਆਪਣੀ ਸੁਖ ਖੈਰੀਅਤ ਨਾ ਦੱਸੀ ਨਾ ਪੁੱਛੇ। ਮਿਲੇ ਨ ਪ੍ਰੇਮ ਧਾਰ ਕਬ ਆਏ, ਮਹਾਰਾਜ ਨੂੰ ਮਾਮੀ ਜੀ ਕਹਿੰਦੇ ਮਹਾਰਾਜ ਨਾ ਤੁਸੀਂ ਕਦੀ ਸਾਡੇ ਨਾਲ ਪ੍ਰੇਮ ਧਾਰ ਕੇ ਤੇ ਵੇਖੋ ਗੋਂਦਵਾਲ ਸਾਹਿਬ ਆ ਕੇ ਮਿਲੇ ਨਹੀਂ। ਮਨਹੁ ਤਿਆਗ ਕੀਨੋ ਕਿਸ ਥਾਈ, ਇਹ ਤਾਂ ਇਦਾਂ ਹੀ ਤੁਸੀਂ ਕੀਤਾ ਵੀ ਜੇ ਸਾਨੂੰ ਤਿਆਗ ਹੀ ਦਿੱਤਾ ਵੀ ਗੋਂਦਵਾਲ ਸਾਹਿਬ ਹੁਣ ਆਉਣਾ ਹੀ ਨਹੀਂ ਹੈ ਤੇ ਪਰਿਵਾਰ ਦੇ ਨਾਲ ਮਿਲਣਾ ਹੀ ਨਹੀਂ ਹੈ। ਇਮ ਬੋਲਤ ਰੋਦਨ ਕੋ ਠਾਨਾ, ਇਹ ਤਾਂ ਬੋਲਦਿਆਂ ਬਾਬਾ ਮੋਹਰੀ ਜੀ ਦੇ ਘਰੋਂ ਬੀਬੀ ਰੋਣ ਲੱਗ ਪਈ, ਵਿਰਾਗ ਵਿੱਚ ਆ ਗਏ। ਸਿਮਰ ਸਿਮਰ ਪਾਛਲ ਸੁਖ ਨਾਨਾ, ਹੁਣ ਜਿਹੜੇ ਪਿਛਲੇ ਸਮੇਂ ਦੇ ਸੁਖ ਆਨੰਦ ਹੋਏ ਸਨ, ਨਾਨਾ ਤਰ੍ਹਾਂ ਦੇ ਗੋਂਦਵਾਲ ਸਾਹਿਬ ਵਿੱਚ ਜੋੜ ਮੇਲੇ ਰੌਣਕਾਂ ਲੱਗਦੀਆਂ ਸੀ, ਉਹ ਪਿਛਲਾ ਸਮਾਂ ਸੁਰਤੀ ਦੁਆਰਾ ਚੇਤੇ ਕਰਕੇ ਤੇ ਹੋਰ ਵਿਰਾਗ ਆਇਆ, ਹੋਰ ਰੋਣਾ ਆ ਗਿਆ। ਸਭ ਪਰਿਵਾਰ ਮਿਲਿਓ ਤਬ ਰਹਿਓ, ਇਹਦੇ ਮਹਾਰਾਜ ਵੇਖੋ ਕਿੱਡਾ ਸੋਹਣਾ ਸਮਾਂ ਸੀ, ਸਾਰਾ ਹੀ ਪਰਿਵਾਰ ਮਿਲ ਕੇ ਗੋਂਦਵਾਲ ਸਾਹਿਬ ਇੱਕ ਥਾਂ ਤੇ ਰਹਿੰਦਾ ਸੀ। ਅਬੇ ਬਿਸ਼ੋਹਾ ਕਿਤਨਕ ਲਹਿਓ, ਪਰ ਹੁਣ ਇੰਨੀ ਜੁਦਾਇਗੀ ਹੋ ਗਈ, ਹੁਣ ਇੰਨੇ ਆਪਣੇ ਵਿਛੋੜੇ ਪੈ ਗਏ ਹਨ। ਭੱਲਿਆਨ ਕੁਲ ਕੇ ਭੂਖਣ ਪਾਸ, ਆਜੋ ਭੱਲਿਆਂ ਦੀ ਕੁਲ ਦੇ ਭੂਸ਼ਣ ਗਹਿਣਾ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਆਪ ਹਾਜ਼ਰ ਸਨ ਉਹਨਾਂ ਦੇ ਕੋਲ, ਸਭ ਇਕੱਠੇ ਰਹਿ ਏਕ ਆਵਾਸ, ਸਾਰੇ ਹੀ ਅਸੀਂ ਇੱਕ ਘਰ ਦੇ ਵਿੱਚ ਇਕੱਠੇ ਰਹਿੰਦੇ ਸੀ। ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਆਨੰਦ ਦੇ ਸਹਿਤ ਰਹਿੰਦੇ ਸਨ। ਅਬ ਅਸ ਸਮਾਂ ਮਿਲਣ ਕਬ ਹੋਵਾ, ਪਰ ਮਹਾਰਾਜ ਵੇਖੋ ਹੁਣ ਇਹੋ ਜਿਹਾ ਸਮਾਂ ਆਇਆ ਵੀ ਹੁਣ ਤਾਂ ਮਿਲਣਾ ਗਿਲਣਾ ਵੀ ਕਦੀ ਕਦਾਈ ਵਾਸਤੇ ਹੋ ਗਿਆ। ਕਈ ਤੇ ਸਦਾ ਲਈ ਵਿਛੜ ਗਏ ਤੇ ਕਈ ਵਿਛੜਿਆ ਹੋਇਆਂ ਦਾ ਮੇਲ ਮਿਲਾਪ ਵੀ ਕਦੇ ਕਦਾਈ ਹੁੰਦਾ। ਬਾਹੋ ਦਿਨ ਮੈਂ ਤੁਮ ਦਰਸ਼ਨ ਜੋਵਾ, ਵੇਖੋ ਮਹਾਰਾਜ ਤੁਸੀਂ ਵੀ ਇੱਥੇ ਸਾਡੇ ਕੋਲ ਰਹੇ ਕਿੰਨਾ ਚਿਰ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਦੋਂ ਸਾਧ ਸੰਗਤ ਪ੍ਰਕਾਸ਼ ਹੋਇਆ ਨਾ ਗੋਂਦਵਾਲ ਸਾਹਿਬ ਦੇ 11 ਵਰੇ ਮਹਾਰਾਜ ਇੱਥੇ ਹੀ ਰਹੇ ਬਚਪਨ ਦੇ, ਤੇ ਉਹ ਮਹਾਰਾਜ ਜੀ ਦੇ ਰਿਸ਼ਤੇ 'ਚ ਮਾਮੀ ਜੀ ਲੱਗਦੇ। ਕਹਿੰਦੇ ਮਹਾਰਾਜ ਜੀ ਤੁਸੀਂ ਵੀ ਇੱਥੇ ਰਹਿੰਦੇ ਸੀ, ਤੁਹਾਡੇ ਵੀ ਅਸੀਂ ਦਰਸ਼ਨ ਕਰਕੇ ਬੜੇ ਆਨੰਦਿਤ ਹੁੰਦੇ ਸਾਂ, ਬਹੁਤ ਖੁਸ਼ ਹੁੰਦੇ ਸੀ, ਪਰ ਵੇਖੋ ਤੁਹਾਡੇ ਵੀ ਦਰਸ਼ਨ ਹੁਣ ਕਿੰਨੇ ਦਿਨਾਂ ਬਾਅਦ ਸਾਨੂੰ ਮਿਲੇ ਹਨ। ਮਾਤੁਲ ਪਤਨੀ ਰੋਦਤ ਹੇਰੀ, ਜਦੋਂ ਮਹਾਰਾਜ ਨੇ ਆਪਣੀ ਮਾਮੀ ਜੀ ਨੂੰ ਵਿਰਾਗ ਕਰਦਿਆਂ ਵੇਖਿਆ, ਸ਼੍ਰੀ ਗੁਰ ਨੇਤਰ ਅਛਰ ਤਬ ਗੇਰੀ, ਕਿਸੇ ਦਾ ਦੁੱਖ ਵੇਖ ਕੇ ਮਹਾਰਾਜ ਸਾਹਿਬ ਦੁੱਖ ਮੰਨਦੇ ਆ। ਜਦੋਂ ਯਾਦ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਨੂੰ, ਮਾਤਾ ਭਾਨੀ ਜੀ ਨੂੰ, ਗੁਰੂ ਅਮਰਦਾਸ ਜੀ ਨੂੰ, ਤੇ ਮਹਾਰਾਜ ਸਾਹਿਬ ਵੀ ਪ੍ਰੇਮ ਤੇ ਵਿਰਾਗ ਦੇ ਵਿੱਚ ਆਏ। ਸਤਿਗੁਰਾਂ ਦੇ ਨੇਤਰ ਦੇ ਵਿੱਚੋਂ ਹੀ ਮੋਤੀ ਡਿੱਗਾ ਧਰਤੀ ਤੇ ਜਲ ਰੂਪ ਬਣ ਕੇ, ਹਸੇ ਮੋਹ ਨਰ ਰੋਦਤ ਜੈਸੇ, ਤੇ ਫੇਰ ਮਹਾਰਾਜ ਸਾਹਿਬ ਜੀ ਦੇ ਮਾਮੀ ਜੀ ਵਿਰਾਗ ਜ਼ਿਆਦਾ ਕਰਨ ਲੱਗ ਪਏ, ਏਦਾਂ ਰੋਣ ਲੱਗ ਪਏ ਵੀ ਜਿੱਦਾਂ ਕੋਈ ਮੋਹ ਦੇ ਵਿੱਚ ਫਸਿਆ ਰੋਂਦਾ ਹੁੰਦਾ ਏ। ਛਾਇਓ ਨੀਰ ਬਿਲੋਚਨ ਤੈਸੇ, ਇਸੇ ਤਰ੍ਹਾਂ ਮਹਾਰਾਜ ਜੀ ਦੇ ਮਾਮੀ ਜੀ ਦੇ ਨੇਤਰਾਂ ਦੇ ਵਿੱਚੋਂ ਜਲ ਭਰ ਆਇਆ, ਬਹੁਤਾ ਰੁਦਨ
ਕਰਦੇ ਵੈਰਾਗ ਕਰਦੇ ਹਨ। ਦੀਰਘ ਸਵਾਸ ਲੇਤ ਬਹੁ ਬਾਰੀ ਵਾਰ ਵਾਰ ਕਹਿੰਦੇ ਬੜੇ ਲੰਮੇ ਹੋਕੇ ਲਏ, ਲੰਮੇ ਲੰਮੇ ਸਾਹ ਜੇ ਲਏ, ਬੜਾ ਦੁੱਖ ਮੰਨਿਆ। ਮੁਖ ਪਰ ਪੁਲਤ ਅਛਰ ਕੋ ਬਾਰੀ ਮੁਖ ਪਰ ਫੁੱਲਤ ਅਕਸ਼ਰ ਕੋ ਬਾਰੀ, ਤੇ ਜੋ ਮੁਖ ਹੈ ਮੂੰਹ ਜਲ ਦੇ ਨਾਲ ਹੰਝੂਆਂ ਦੇ ਨਾਲ ਹੀ ਭਿੱਜ ਗਿਆ। ਇੰਨਾ ਮਹਾਰਾਜ ਦੀ ਮਾਮੀ ਜੀ ਨੇ ਵੈਰਾਗ ਕੀਤਾ। ਨਿਜ ਪਤਨੀ ਅਰ ਗੁਰ ਕੋ ਹੇਰਾ ਜਦੋਂ ਬਾਬਾ ਮੋਹਰੀ ਜੀ ਲਾਗੇ ਖਲੋਤੇ ਸੀ, ਉਹਨਾਂ ਨੇ ਆਪਣੀ ਪਤਨੀ ਨੂੰ ਵੇਖਿਆ ਵੀ ਇਹ ਤਾਂ ਰੋਈ ਜਾ ਰਹੀ ਹੈ। ਫਿਰ ਮਹਾਰਾਜ ਵੱਲ ਵੇਖਿਆ ਵੀ ਸਤਿਗੁਰੂ ਸਾਹਿਬ ਜੀ ਕੁਝ ਨਹੀਂ ਕਹਿ ਰਹੇ, ਸਗੋਂ ਨੂੰ ਰੋਂਦਿਆਂ ਵੇਖ ਕੇ ਮਹਾਰਾਜ ਦੇ ਨੇਤਰਾਂ ਦੇ ਵਿੱਚ ਵੀ ਸੁੱਚਾ ਮੋਤੀ ਜਿਵੇਂ ਹੁੰਦਾ ਏਦਾਂ ਇੱਕ ਦੋ ਬੂੰਦਾਂ ਡਿੱਗੀਆਂ ਹਨ ਵੀ ਮਹਾਰਾਜ ਸਾਹਿਬ ਜੀ ਆਪਣੇ ਮਾਮੀ ਜੀ ਨੂੰ ਹਟਾ ਨਹੀਂ ਰਹੇ। ਬਾਖ ਮੋਹਰੀ ਕਹਿ ਤਿਸ ਵੇਰਾ ਉਸ ਵੇਲੇ ਬਾਬਾ ਮੋਹਰੀ ਜੀ ਆਪਣੀ ਪਤਨੀ ਆਪਣੇ ਮਹਿਲਾਂ ਨੂੰ ਕਹਿਣ ਲੱਗੇ, ਉਪਦੇਸ਼ ਕਰਨ ਲੱਗੇ ਹਨ। ਰੋਦਣ ਐਸੇ ਕਿਉ ਤੁਮ ਠਾਨਾ ਕਹਿੰਦੇ ਭਾਗਾਂ ਵਾਲੀਏ, ਤੂੰ ਏਦਾਂ ਮਹਾਰਾਜ ਸਾਡੇ ਘਰੇ ਆਏ ਐ, ਇਹਦਾ ਖੁਸ਼ੀ ਦਾ ਸਮਾਂ ਏ ਤੇ ਤੂੰ ਰੋਈ ਜਾਨੀ ਹੈ, ਵੈਰਾਗ ਕਾਹਦੇ ਲਈ ਕਰਦੀ ਹੈ। ਜਗਤ ਮੇਲ ਨਦ ਤਰੀ ਸਮਾਨਾ ਬਾਕੀ ਜਗਤ ਜਿਹੜਾ ਇਹਦੀ ਖੇਡ ਏਦਾਂ ਹੈ ਵੀ ਜਿਵੇਂ ਬੇੜੀ ਦਾ, ਬੇੜੀ 'ਚ ਬੈਠੇ ਸਵਾਰਾਂ ਦਾ ਤੇ ਬੇੜੀ ਹੇਠਾਂ ਲੱਗੇ ਪਾਣੀ ਦਾ ਮੇਲ, ਇਹ ਤਾਂ ਨਦੀ ਨਾਪ ਸੰਜੋਗੀ ਮੇਲ ਜਿਵੇਂ ਸਾਧ ਸੰਗਤ ਬਚਨ ਨੇ ਨਾ, ਏਦਾਂ ਦਾ ਉਪਦੇਸ਼ ਬਾਬਾ ਮੋਹਰੀ ਜੀ ਨੇ ਕੀਤਾ। ਕਹਿੰਦੇ ਵੀ ਜਗ ਦਾ ਮੇਲ ਏਦਾਂ ਹੈ ਵੀ ਜਿਵੇਂ ਬੇੜੀ ਵਿੱਚ ਬੈਠੇ ਹੋਏ ਮੁਸਾਫਰ ਤੇ ਬੇੜੀ ਹੇਠਾਂ ਲੰਘਦਾ ਹੋਇਆ ਪਾਣੀ ਮੁੜ ਕੇ ਨਹੀਂ ਮਿਲਦਾ। ਮਿਲਣ ਅੰਤ ਮੈਂ ਹੋਤ ਬਿਯੋਗਾ ਇਸੇ ਤਰ੍ਹਾਂ ਮਿਲਣ ਅੰਤ ਮੈਂ, ਜਿੰਨੇ ਮਰਜੀ ਮਿਲੇ ਹੋਣ ਫਿਰ ਅਖੀਰ ਨੂੰ ਵਿਯੋਗ ਹੁੰਦਾ ਹੀ ਹੈ। ਕੋਈ ਸਫ਼ਰ ਤੇ ਜਾਂਦਾ ਏ ਤੇ ਜਿਨ੍ਹਾਂ ਨੂੰ ਆਪਾਂ ਕਦੀ ਮਿਲੇ ਗਲੇ ਨਹੀਂ ਹੁੰਦੇ, ਕਈਆਂ ਦੇ ਨਾਲ ਸਫ਼ਰ ਜਾਂਦਿਆਂ ਮੇਲ ਮਿਲਾਪ ਹੋ ਜਾਂਦਾ, ਪਰ ਆਪੋ ਆਪਣੀ ਮੰਜ਼ਿਲ ਤੇ ਸਾਰੇ ਫੇਰ ਜਿਵੇਂ ਵਿਛੜ ਜਾਂਦੇ ਹਨ। ਇਸੇ ਤਰ੍ਹਾਂ ਜਗਤ ਵਿੱਚ ਮਿਲਦੇ ਤੇ ਬਹੁਤ ਜਾਣੇ ਨੇ, ਅੰਤ ਨੂੰ ਆਪੋ ਆਪਣੀ ਪਰਾਲਬਧ ਅਨੁਸਾਰ ਸਭ ਦਾ ਵਿਛੋੜਾ ਹੁੰਦਾ ਏ। ਪਰਾ ਰਬਦ ਕੇ ਬਸ ਸਭ ਲੋਗਾ ਕਿਉਂਕਿ ਪਰਮੇਸ਼ਰ ਨੇ ਪਰਾਲਬਧ ਦਾ ਨਿਯਮ ਬੰਨਿਆ ਏ ਤੇ ਉਸ ਪਰਾਲਬਧ ਦੇ ਨਿਯਮ ਦੇ ਵਿੱਚ ਹੀ ਸਭ ਲੋਕ ਨੇ। ਕਿੰਨੇ ਸਾਹ ਲੈਣੇ, ਕਿੰਨਾ ਚਿਰ ਜਿਉਣਾ, ਕੀ ਖਾਣਾ, ਕੀ ਪਹਿਨਣਾ, ਕਿੱਦਾਂ ਦਾ ਜੀਵਨ ਰਹਿਣਾ, ਇਹ ਪਰਾਲਬਧ ਲਿਖੀ ਹੈ ਤੇ ਇਹਦੇ ਵਸ ਅਧੀਨ ਨੇ ਸਾਰੇ ਜਗਤ ਦੇ ਜੀਵ। ਪ੍ਰਭ ਸਰੂਪ ਜੋ ਪਿਤਾ ਹਮਾਰੇ ਬਾਕੀ ਜੋ ਸਾਡੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਸਨ, ਉਹ ਪਰਮੇਸ਼ਰ ਦਾ ਸਰੂਪ ਸੀ। ਗੁਰੂ ਅਮਰਦਾਸ ਸਾਹਿਬ, ਉਹਨਾਂ ਨੂੰ ਆਪਾਂ ਕਾਹਦਾ ਰੋਣਾ ਵੈਰਾਗ ਕਰਨਾ, ਉਹ ਤਾਂ ਆਪ ਵਾਹਿਗੁਰੂ ਸਨ। ਤਿਮ ਸ਼੍ਰੀ ਅਰਜਨ ਪਿਤਾ ਉਦਾਰੇ ਤੇ ਉਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਸਤਿਗੁਰੂ ਰਾਮਦਾਸ ਸਾਹਿਬ, ਉਹ ਵੀ ਪਰਮੇਸ਼ਰ ਸਨ। ਆਪਣੇ ਸਦਨ ਬਿਕੁੰਠ ਸਿਧਾਰੇ ਉਹ ਕਦੇ ਸਾਨੂੰ ਛੱਡ ਕੇ ਥੋੜਾ ਗਏ ਐ, ਉਹ ਜੋਤ ਕਰਕੇ ਸਦਾ ਹਾਜ਼ਰ ਨੇ, ਤੇ ਜੇ ਗਏ ਵੀ ਆ ਉਹ ਸੱਚਖੰਡ ਦੇ ਵਿੱਚ ਆਪਣੇ ਘਰ ਦੇ ਵਿੱਚ ਗਏ ਹਨ। ਸੋਚਨ ਜੋਗ ਨ ਸੋ ਸੁਖ ਭਾਰੇ ਇਸ ਕਰਕੇ ਬਾਬਾ ਮੋਹਰੀ ਜੀ ਕਹਿੰਦੇ, ਹੇ ਭਾਗਾਂ ਵਾਲੀਏ, ਉਹਨਾਂ ਬਾਰੇ ਏਦਾਂ ਸੋਚ ਨਾ, ਰੋ ਨਾ, ਵੈਰਾਗ ਨਾ ਕਰ। ਉਹਦਾ ਭਾਰੀ ਸੁਖ ਆਨੰਦ ਦੇ ਸਹਿਤ ਸੱਚਖੰਡ ਦੇ ਵਾਸੀ ਹਨ। ਮਨ ਮਤ ਉਰਜੇ ਭਗਤ ਬਹੀਨੇ ਇਹ ਰੋਣਾ ਏ ਉਹਨਾਂ ਨੂੰ ਰੋਈਦਾ ਜਿਹੜੇ ਕੋਈ ਮਨ ਮਤ ਕਰਦੇ ਹੋਣ, ਸੰਸਾਰ ਦੇ ਕੰਮਾਂ ਧੰਦਿਆਂ ਦੇ ਵਿੱਚ ਹੀ ਉਲਝੇ ਰਹਿਣ ਤੇ ਪਰਮੇਸ਼ਰ ਦੀ ਭਗਤੀ ਤੋਂ ਬਗੈਰ ਜਿਹੜੇ ਲੋਕ ਹੁੰਦੇ ਹਨ। ਕਬਹੁ ਨ ਪ੍ਰਭ ਕੋ ਸਿਮਰਨ ਕੀਨੇ ਇਹਨਾਂ ਨੇ ਆਪਣੇ ਜੀਵਨ ਵਿੱਚ ਕਦੀ ਪਰਮੇਸ਼ਰ ਦਾ ਭਜਨ ਸਿਮਰਨ ਬੰਦਗੀ ਨਹੀਂ ਕੀਤੀ। ਸੋ ਸੋਚਨ ਕੇ ਜੋਗ ਮਹਾਨਾ ਉਹ ਸੋਚਣ ਦੇ ਯੋਗ ਹੁੰਦੇ ਆ, ਉਹਨਾਂ ਬਾਰੇ ਸੋਚਣਾ ਚਾਹੀਦਾ। ਕਹਿੰਦੇ ਉਹਨਾਂ ਨੂੰ ਰੋਵੇ ਵੀ ਕਾਹਦੇ ਵਾਸਤੇ, ਵੀ ਇਹ ਮਹਾਰਾਜ ਇਹਨਾਂ ਨੇ ਤੇ ਆਪਣਾ ਜੀਵਨ ਏਦਾਂ ਹੀ ਗਰਕ ਕਰ ਲਿਆ, ਕਿਤੇ ਸਾਡਾ ਵੀ ਏਦਾਂ ਨਾ ਐਵੇਂ ਜੀਵਨ ਲੰਘ ਜਾਵੇ ਭਗਤੀ ਸਿਮਰਨ ਤੋਂ ਬਗੈਰ। ਉਹਨਾਂ ਲਈ ਰੋ ਵੀ ਵੇਖੋ ਕਿੱਡਾ ਸੋਹਣਾ ਜੀਵਨ ਮਿਲਿਆ ਸੀ, ਪਰ ਇਹ ਨਿੰਦਾ ਚੁਗਲੀ ਈਰਖਾ ਵਿਸ਼ੇ ਵਿਕਾਰ ਲੜਾਈ ਝਗੜੇ ਕਰਦੇ ਹੀ ਸਾਰਾ ਜੀਵਨ ਗਵਾ ਗਿਆ। ਇਹ ਮਨਮੁਖਾਂ ਨੂੰ ਰੋਈਦਾ ਵੀ ਵੇਖੋ ਅਮੋਲਕ ਜਨਮ ਹਾਰ ਕੇ ਗਿਆ ਹੈ। ਧਰਮ ਤਿਆਗ ਜਿਨ ਕੀਏ ਅਗਨਾਨਾ ਜਿਨ੍ਹਾਂ ਨੇ ਆਪਣਾ ਧਰਮ ਹਾਰ ਕੇ ਦਇਆਵਾਨ ਧਰਮ ਛੱਡ ਕੇ ਤੇ ਨਾਨਾ ਤਰ੍ਹਾਂ ਦੇ ਅਗ ਪਾਪ ਕੀਤੇ ਹਨ। ਮੈਂ ਸਤਿਗੁਰ ਕੀ ਸੇਵ ਕਮਾਈ ਤੇ ਜਿਨ੍ਹਾਂ ਨੇ ਕਦੀ ਸਤਿਗੁਰੂ ਦੀ ਸੇਵਾ ਨਹੀਂ ਕੀਤੀ,
ਟਹਿਲ ਨਹੀਂ ਕੀਤੀ, ਸਤ ਸੰਗਤ ਦੇ ਕਦੀ ਜੋੜੇ ਨਹੀਂ ਝਾੜੇ, ਬਾਣੀ ਨਹੀਂ ਪੜੀ, ਨਾਮ ਨਹੀਂ ਜਪਿਆ। ਸਤਿਗੁਰ ਗਿਰਾ ਨ ਹਿਰਦੈ ਬਸਾਈ। ਇਹ ਸਤਿਗੁਰਾਂ ਦੀ ਜੋ ਬਾਣੀ ਆ, ਸਤਿਗੁਰਾਂ ਦਾ ਉਪਦੇਸ਼ ਜਿਨ੍ਹਾਂ ਲੋਕਾਂ ਨੇ ਆਪਣੇ ਹਿਰਦੇ 'ਚ ਵਸਾਇਆ ਹੀ ਨਹੀਂ ਕਦੀ ਵੀ ਮਹਾਰਾਜ ਜੀ ਸਾਨੂੰ ਕੀ ਕਹਿੰਦੇ ਹਨ। ਨਿਸ ਦਿਨ ਪਚੀ ਕੁਟੰਬ ਮਝਾਰੇ। ਇਹ ਰਾਤ ਦਿਨ ਪਰਿਵਾਰ ਦੇ ਵਿੱਚ ਹੀ ਕਹਿੰਦੇ ਵੀ ਉਰਜੇ ਫਸੇ ਰਹਿੰਦੇ ਨੇ, ਪਰਿਵਾਰ ਦੇ ਧੰਦੇ, ਹਾਏ ਆਹ ਕੰਮ, ਹਾਏ ਉਹ ਕੰਮ, ਕੰਮਾਂ ਤੋਂ ਹੀ ਕਹਿੰਦੇ ਵੀ ਜਿਨ੍ਹਾਂ ਨੂੰ ਤਾਂ ਹੋਸ਼ ਨਹੀਂ ਆਉਂਦੇ, ਕੰਮਾਂ ਦੇ ਵਿੱਚ ਹੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ। ਕਿਰਤ ਕਰਨੀ ਤਾਂ ਮਾੜੀ ਨਹੀਂ, ਪਰ ਕਿਰਤ ਦੇ ਵਿੱਚ ਲੱਗ ਕੇ ਤੇ ਕੋਈ ਕਰਤੇ ਨੂੰ ਭੁਲਾ ਦੇ, ਫਿਰ ਉਹ ਕਿਰਤ ਵੀ ਕਾਹਦੀ ਹੈ। ਤੇ ਬਾਬਾ ਮੋਹਰੀ ਜੀ ਕਹਿੰਦੇ ਜਿਹੜੇ ਉਲਝੇ ਨੇ ਆਪਣੇ ਘਰਾਂ ਦੇ ਧੰਦਿਆਂ ਦੇ ਵਿੱਚ ਤੇ ਭਗਤੀ ਨਹੀਂ ਕਰਦੇ। ਕੂੜ ਬੋੜ ਸੰਚੈ ਧਨ ਭਾਰੇ। ਝੂਠ ਬੋਲਦੇ ਆ ਰਾਤ ਦਿਨ, ਗੱਲ ਗੱਲ ਤੇ ਝੂਠ ਬੋਲਦੇ ਐ ਤੇ ਪਾਪ ਕਰਕੇ ਬਹੁਤੀ ਮਾਇਆ ਇਕੱਠੀ ਕਰਦੇ ਹਨ। ਤਪ ਤੀਰਥ ਜਿਨ ਕੀਨ ਨਾ ਕੋ। ਜਿਨ੍ਹਾਂ ਨੇ ਕੋਈ ਸਰੀਰ ਨੂੰ ਸਾਧਨ ਰੂਪੀ ਕੋਈ ਤਪ ਨਹੀਂ ਕੀਤਾ, ਤੀਰਥ ਅਸਥਾਨ ਗੁਰਧਾਮਾਂ ਦੀ ਧਰਮ ਅਸਥਾਨਾਂ ਦੀ ਯਾਤਰਾ ਨਹੀਂ ਕੀਤੀ ਕਦੇ। ਸੋਚਨ ਜੋਗ ਨ ਜਾਣੀਐ ਸੋ। ਸੋਚਨ ਜੋਗ ਜਾਣੀਐ ਸੋ। ਮਹਾਰਾਜ ਸਾਹਿਬ ਜੀ ਦੇ ਪਾਸ ਖਲੋਤੇ ਹੀ ਬਾਬਾ ਮੋਹਰੀ ਜੀ ਆਪਣੇ ਪਤਨੀ ਨੂੰ ਕਹਿੰਦੇ ਨੇ, ਹੇ ਧਰਮ ਸੁਪਤਨੀ, ਇਹੋ ਜਿਹੇ ਜਿਹੜੇ ਲੋਕ ਹੁੰਦੇ ਆ ਉਹ ਸੋਚਣ ਯੋਗ ਹੈ, ਉਹਨਾਂ ਬਾਰੇ ਸੋਚੇ ਵੀ ਇਹ ਕੀ ਕੀਤਾ ਇਹਨਾਂ ਨੇ, ਉਹਨਾਂ ਨੂੰ ਰੋਵੇ ਵੀ ਇਹ ਆਪਣਾ ਮੋਲਕ ਜਨਮ ਹਾਰ ਕੇ ਗਏ ਹਨ। ਸੁਪਨੇ ਕਬ ਸਤ ਸੰਗ ਨ ਸੇਵਾ। ਉਹਨਾਂ ਨੇ ਸੁਪਨੇ ਦੇ ਵਿੱਚ ਵੀ ਕਦੀ ਸਤ ਸੰਗਤ ਤੇ ਸੇਵਾ ਨਹੀਂ ਕੀਤੀ। ਇੱਕ ਤੇ ਹੁੰਦਾ ਨਾ ਵੀ ਜਾਗਦੇ ਆ ਕੋਈ ਹੱਥੀ ਸੇਵਾ ਨਹੀਂ ਕੀਤੀ ਜਾਂ ਸਤ ਸੰਗਤ ਨਹੀਂ ਕੀਤੀ, ਜਿਨ੍ਹਾਂ ਨੂੰ ਕਦੀ ਸੇਵਾ ਦਾ ਤੇ ਸਿਮਰਨ ਦਾ ਸੁਪਨਾ ਵੀ ਨਹੀਂ ਆਇਆ। ਸੁਪਨੇ ਵੀ ਭੈੜੇ ਹੀ ਆਉਂਦੇ, ਕਿਉਂਕਿ ਜਿਹੋ ਜੀ ਬੰਦੇ ਦੀ ਸਾਰੇ ਦਿਨ ਦੀ ਸਿਮਰਤੀ ਹੈ, ਜਿਹੋ ਜਿਹੇ ਸੰਸਕਾਰ ਇਕੱਠੇ ਕਰਦਾ, ਸੁਪਨੇ ਵੀ ਫਿਰ ਉਹੋ ਜਿਹੇ ਵੇਖਦਾ। ਤੇ ਬਾਬਾ ਮੋਹਰੀ ਜੀ ਕਹਿੰਦੇ ਵੀ ਜਿਨ੍ਹਾਂ ਨੇ ਸੁਪਨੇ ਦੇ ਵਿੱਚ ਵੀ ਨਾ ਤਾਂ ਸੰਗਤ ਕੀਤੀ ਹੈ ਨਾ ਸੇਵਾ ਕੀਤੀ ਹੈ। ਗੁਣ ਬਹੀਨ ਅਫਰੇ ਅੰਮੇਵਾ। ਤੇ ਗੁਣਾਂ ਤੋਂ ਬਹੀਨ ਹੀ ਆਫਰੇ ਫਿਰਦੇ ਨੇ। ਇੱਕ ਤਾਂ ਗੁਣ ਹੋਣ ਕੋਲ ਹੰਕਾਰ ਤੇ ਤਾਂ ਵੀ ਨਹੀਂ ਕਰਨਾ ਚਾਹੀਦਾ, ਪਰ ਇੱਕ ਉਹ ਲੋਕ ਆ ਵੀ ਗੁਣ ਵੀ ਪੱਲੇ ਨਹੀਂ ਹੈ ਪਰ ਫੇਰ ਵੀ ਆਫਰੇ ਹੈ, ਫੇਰ ਵੀ ਹੰਕਾਰ ਕਰਦੇ ਹਨ। ਹਿਰਦੇ ਦਇਆ ਨੈ ਦੀਨੋ ਦਾਨਾ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਦਇਆ ਨਹੀਂ ਹੈ, ਜਿਨ੍ਹਾਂ ਨੇ ਕਦੀ ਕੋਈ ਆਪਣੀ ਕਿਰਤ ਚੋਂ ਲੋੜਵੰਦ ਨੂੰ ਦਾਨ ਦਸਵੰਧ ਨਹੀਂ ਦਿੱਤਾ, ਕਿਉਂਕਿ ਦਇਆ ਚੋਂ ਹੀ ਤੇ ਧਰਮ ਪੈਦਾ ਹੁੰਦਾ। ਜੇ ਦਇਆ ਨਹੀਂ ਤਾਂ ਧਰਮ ਕਿਵੇਂ ਆ ਸਕਦਾ। ਤੇ ਜਿਨ੍ਹਾਂ ਦੇ ਹਿਰਦੇ 'ਚ ਦਇਆ ਨਹੀਂ, ਜੋ ਦਾਨ ਪੁੰਨ ਨਹੀਂ ਕਰਦੇ, ਸੇ ਸੋਚਨ ਕੇ ਜੋਗ ਮਹਾਨਾ। ਉਹ ਬਹੁਤ ਕਹਿੰਦੇ ਵੀ ਸੋਚਣ ਦੇ ਯੋਗ ਹੈ। ਉਹਨਾਂ ਬਾਰੇ ਚਿੰਤਾ ਕਰੇ ਵੀ ਇਹ ਤਾਂ ਗਰਕ ਹੋ ਕੇ ਚਲੇ ਗਏ ਸੇਵਾ ਸਿਮਰਨ ਤੋਂ ਬਿਨਾਂ, ਕਿਤੇ ਸਾਡੀ ਵੀ ਜ਼ਿੰਦਗੀ ਇਹਨਾਂ ਵਾਂਗ ਖਰਾਬ ਨਾ ਹੋਵੇ। ਕਹਿੰਦੇ ਇਹ ਫਿਕਰ ਕਰੇ, ਇਹੋ ਜਿਹਿਆਂ ਨੂੰ ਰੋਵੇ ਜਿਨ੍ਹਾਂ ਨੇ ਮਨੁੱਖਾ ਜਨਮ ਧਰਮ ਤੋਂ ਬਗੈਰ ਹੀ ਗਵਾ ਲਿਆ ਹੈ। ਮਿਲੇ ਕੁਸੰਗ ਕਮਾਏ ਬਿਕਾਰਾ। ਫਿਰ ਕਹਿੰਦੇ ਜਿਹੜੇ ਕੁਸੰਗਤ ਵਿੱਚ ਮਿਲੇ ਆ, ਭੈੜੀ ਸੰਗਤ ਦੇ ਵਿੱਚ ਮਾੜੇ ਕੰਮ ਕਰਨ ਵਾਲੇ, ਮਾੜੀਆਂ ਗੱਲਾਂ ਕਰਨ ਵਾਲਿਆਂ ਦੇ ਕੋਲ ਬੈਠੇ ਰਹਿੰਦੇ ਆ ਤੇ ਕੰਮ ਵੀ ਮਾੜੇ ਕਰਦੇ ਹਨ। ਹਿਰਦੇ ਸਦਾ ਸਤਨਾਮ ਵਿਸਾਰਾ। ਤੇ ਆਪਣੇ ਹਿਰਦੇ ਚੋਂ ਸਦਾ ਵਾਸਤੇ ਸਤਨਾਮ ਵਾਹਿਗੁਰੂ ਭੁਲਾਇਆ ਰੱਬ ਨੂੰ, ਤੇ ਰੱਬ ਦੇ ਨਾਮ ਨੂੰ ਚੇਤੇ ਹੀ ਨਹੀਂ ਕਰਦੇ। ਤਜੇ ਸੁਪੰਥ ਕੁਮਾਰਗ ਚਾਲਾ। ਜੋ ਸ੍ਰੇਸ਼ਟ ਮਾਰਗ ਹੈ ਭਾਵ ਭਗਤੀ ਸਾਧ ਸੰਗਤ ਦਾ, ਉਹ ਮਾਰਗ ਛੱਡ ਕੇ ਤੇ ਕੁਮਾਰਗ ਖੋਟਾ ਮਾਰਗ, ਭੈੜੇ ਪਾਸੇ ਭੈੜੇ ਰਾਹ ਨੂੰ ਜਿਹੜੇ ਚੱਲਦੇ ਹਨ। ਸੋ ਸੋਚਣ ਕੇ ਜੋਗ ਵਿਸਾਲਾ। ਮਹਾਰਾਜ ਭਾਈ ਬਾਬਾ ਮੋਹਰੀ ਜੀ ਕਹਿੰਦੇ ਵੀ ਇਸ ਪਤਨੀ ਉਹ ਬਹੁਤ ਹੀ ਜ਼ਿਆਦਾ ਵਿਰਾਗ ਕਰਨ ਦੇ ਯੋਗ ਹੈ। ਉਹਨਾਂ ਵਾਸਤੇ ਰੋਣਾ ਚਾਹੀਦਾ, ਉਹਨਾਂ ਵਾਸਤੇ ਚਿੰਤਾ ਕਰਨੀ ਚਾਹੀਦੀ ਹੈ। ਇਤਿਆਦਿਕ ਕਹਿ ਕੋਮਲ ਬਾਣੀ। ਇਤਿਆਦਿਕ ਬੜੇ ਪ੍ਰੇਮ ਦੇ ਵਚਨ ਕਹੇ। ਇੱਕ ਰੋਣਾ ਦੇ ਇੱਕ ਵਿਰਾਗ ਕਰਨਾ, ਇਹ ਦੋਵੇਂ ਫਰਕ ਹੁੰਦਾ ਏ, ਪਰ ਆਮ ਤੌਰ ਤੇ ਸਮਝ ਨਹੀਂ ਰੋਣ ਤੇ ਵਿਰਾਗ ਦੀ। ਰੋਣਾ ਤੇ ਵਿਰਾਗ, ਰੋਣਾ ਮਨਮੁਖਾਂ ਦਾ ਕਰਮ ਹੈ ਤੇ ਵਿਰਾਗ ਗੁਰਮੁਖਾਂ ਦਾ ਕਰਮ ਹੈ। ਵਿਰਾਗ ਇਸ ਕਰਕੇ ਕਰਨਾ ਵੀ ਇਹ ਜਿਹੜਾ ਜੀਵਨ ਬਤੀਤ ਹੁੰਦਾ ਜਾ ਰਿਹਾ ਏ ਤੇ ਨਾਮ ਜਪ ਕੇ ਸਫਲਾ ਕਰ ਲਈਏ, ਜਾਂ ਕੋਈ ਚੜ੍ਹਾਈ ਕਰ ਗਿਆ ਵੀ ਇਹਦਾ ਜੀਵਨ ਵੇਖੋ ਐਵੇਂ ਲੰਘ ਗਿਆ। ਵਿਰਾਗ ਕਰੇ ਵੀ ਕਿੱਡਾ ਸੋਹਣਾ ਜਨਮ ਸੀ, ਇਹਨੇ ਬੰਦਗੀ ਨਾ ਕੀਤੀ, ਹੁਣ ਮੈਂ ਵੀ ਕਦੇ ਇਦਾਂ ਹੀ ਨਾ ਜਾਵਾਂ।
ਏਦਾਂ ਵੈਰਾਗ ਤੇ ਹਮੇਸ਼ਾ ਰੋਣ ਦੇ ਵਿੱਚ ਇਹ ਫਰਕ ਗੁਰਮੁਖਾਂ ਨੂੰ ਸਮਝ ਆਉਂਦਾ ਹੈ। ਸਿੱਖ ਵੈਰਾਗੀ ਹੈ, ਸਿੱਖ ਰੋਣ ਪਿੱਟਣ ਸਿਆਪੇ ਕਰਨ ਵਾਲਾ ਨਹੀਂ। ਵੈਰਾਗ ਇੱਕ ਵੱਖਰੀ ਅਵਸਥਾ ਹੈ। ਤੇ ਬਾਬਾ ਮੋਹਰੀ ਜੀ ਦੇ ਬੜੇ ਸੋਹਣੇ ਬੜੇ ਪ੍ਰੇਮ ਭਰੇ ਕੋਮਲ ਬਚਨ ਜਦੋਂ ਸੁਣੇ, ਸਮਝਾਈ ਨਿਜ ਪਤਨ ਮਹਾਨੀ, ਉਹ ਬਚਨ ਕਰਕੇ ਤੇ ਆਪਣੀ ਪਤਨੀ ਨੂੰ ਸਮਝਾਇਆ ਹੈ। ਜਲ ਪ੍ਰਵਾਹ ਮਿਲ ਤ੍ਰਿਣ ਬਿਸਰੈ ਹੈ। ਆਏ ਭਾਗਾਂ ਵਾਲੀਏ, ਜਿਵੇਂ ਜਲ ਦਾ ਪ੍ਰਵਾਹ ਤੇ ਜਿਹੜੇ ਜਲ ਦੇ ਪ੍ਰਵਾਹ ਦੇ ਨਾਲ ਤ੍ਰਿਣ ਘਾਹ ਆਦਿਕ ਵਿਛੜਦੇ ਹਨ, ਰੁੜ ਜਾਂਦੇ ਹਨ, ਤਥਾ ਥੂਲ ਤਨ ਕੀ ਗਤ ਹੈ। ਇਸੇ ਤਰ੍ਹਾਂ ਸਤੂਰ ਸਰੀਰ ਦੀ ਹਾਲਤ ਹੈ, ਜਿਹੜੇ ਦਿਖਦੇ ਸਰੀਰ ਹੈ ਇਹ ਵੀ ਇਸੇ ਤਰ੍ਹਾਂ ਵਿਛੜਦੇ ਹਨ। ਪਰਾ ਰਬਦ ਕੋ ਬੇਗ ਸੋ ਪਾਏ, ਜੇ ਪਾਣੀ ਦੇ ਪ੍ਰਵਾਹ ਨੂੰ ਪਾ ਕੇ ਤੇ ਜਿਹੜਾ ਘਾਹ ਆਦਿਕ ਰੁੜ ਕੇ ਚਲੇ ਜਾਂਦਾ ਹੈ ਨਾ, ਇਸੇ ਤਰ੍ਹਾਂ ਪਰਾ ਲਬਦ ਦੇ ਵੇਗ ਪ੍ਰਵਾਹ ਨੂੰ ਪਾ ਕਰਕੇ ਮਿਲ ਬਿਸ਼ਰਤ ਦੇਹੀ ਇਸ ਭਾਏ। ਇਹ ਦੇਹੀਆਂ ਏਦਾਂ ਮਿਲਦੀਆਂ ਵੀ ਨੇ ਤੇ ਵਿਛੜਦੀਆਂ ਵੀ ਹਨ। ਪਰਾ ਲਬਦ ਦੇ ਪ੍ਰਵਾਹ ਦੇ ਵਿੱਚ ਸਭ ਰੁੜੇ ਜਾ ਰਹੇ ਹਨ। ਸੁਨੋ ਸੁਬਿਰਤੇ ਇਮ ਉਰ ਜਾਨ, ਇਹ ਸ੍ਰੇਸ਼ਟ ਬਿਰਤੀ ਵਾਲੀ ਇਸਤਰੀ, ਤੂੰ ਏਦਾਂ ਆਪਣੇ ਹਿਰਦੇ 'ਚ ਜਾਣ ਲਾ। ਰੋਦਨ ਸ਼ੋਕ ਕਰੋ ਸਭ ਹਾਨ, ਇਹ ਜਿਹੜਾ ਰੋਣਾ ਹੈ, ਸੋਗ ਕਰਨਾ, ਇਹਨੂੰ ਨਾਸ਼ ਕਰਦੇ ਐਵੇਂ ਰੋ ਕੇ ਤੇ ਮਨ ਮਤ ਨਾ ਕਮਾ। ਤੂੰ ਗੁਰੂ ਅਮਰਦਾਸ ਹੈ ਮਹਾਰਾਜ ਦੀ ਨੂੰਹ ਹੈ, ਭਾਗਾਂ ਵਾਲੀ ਹੈ। ਵਚਨ ਮੋਹਰੀ ਕੇ ਸਮ ਭਾਨੋ, ਬਾਬਾ ਮੋਹਰੀ ਜੀ ਦੇ ਬਚਨ ਸੂਰਜ ਵਰਗੇ ਸੁਣ ਕੇ ਸ਼ੋਕ ਤਿਮਰ ਕੋ ਕੀਨ ਸਹਾਨੋ। ਜਿਹੜਾ ਸ਼ੋਕ ਰੂਪੀ ਹਨੇਰਾ ਸੀ ਉਹ ਬਾਬੇ ਮੋਹਰੀ ਦੀ ਪਤਨੀ ਨੇ ਨਾਸ਼ ਕੀਤਾ। ਭਾਵ ਕਿਉਂਕਿ ਬਾਬਾ ਮੋਹਰੀ ਜੀ ਵੀ ਬੜੇ ਮਹਾਨ ਸਨ। ਗੁਰਬਾਣੀ ਦੇ ਵਿੱਚ ਸਨਮੁਖ ਲਿਖਿਆ ਹੈ ਬਾਬਾ ਮੋਹਰੀ ਜੀ ਨੂੰ, ਤੇ ਮਹਾਰਾਜ ਦੀਆਂ ਬਖਸ਼ਿਸ਼ਾਂ ਨੇ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਉਹਨਾਂ ਨੂੰ ਹੀ ਪ੍ਰੇਰ ਕੇ ਆਪਣੀ ਮਾਮੀ ਨੂੰ ਉਪਦੇਸ਼ ਕਰਾਇਆ। ਧਰ ਧੀਰਜ ਸਭ ਬੈਠੇ ਪਾਸ, ਫਿਰ ਧੀਰਜ ਰੱਖ ਕੇ ਤੇ ਸਾਰੇ ਨੇੜੇ ਨੇੜੇ ਹੋ ਕੇ ਬਾਕੀ ਵੀ ਪਰਿਵਾਰ ਦੇ ਜੀ ਆਣ ਬੈਠੇ। ਬਹੁ ਬਿਦ ਕੋ ਕੀਏ ਬਾਕ ਬਿਲਾਸ, ਬਹੁਤ ਤਰ੍ਹਾਂ ਤਰ੍ਹਾਂ ਦੇ ਮਹਾਰਾਜ ਦੇ ਨਾਲ ਬਚਨ ਬਿਲਾਸ ਕੀਤੇ ਤੇ ਬੜਾ ਚਾਅ ਹੈ ਸਾਰਿਆਂ ਨੂੰ ਵੀ ਗੁਰੂ ਅਰਜਨ ਦੇਵ ਮਹਾਰਾਜ ਆਏ ਹਨ। ਆਨੰਦ ਮੋਹਰੀ ਕੋ ਜੋ ਆਨੰਦ, ਬਾਬਾ ਮੋਹਰੀ ਜੀ ਦਾ ਪੁੱਤਰ ਬਾਬਾ ਆਨੰਦ, ਜਿਨ੍ਹਾਂ ਦੇ ਜਨਮ ਦੇ ਸਮੇਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਆਨੰਦ ਸਾਹਿਬ ਬਾਣੀ ਦੀ ਰਚਨਾ ਕੀਤੀ, ਸਰੂਪਾਉ ਦਿੱਤਾ, ਉਹ ਬਾਬਾ ਆਨੰਦ ਜੀ ਵੀ ਆਏ। ਆਏ ਕਰੀ ਬੰਧਨ ਕਰ ਬੰਦ, ਦੋਵੇਂ ਹੱਥ ਜੋੜ ਕੇ ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੰਦਨਾ ਕੀਤੀ, ਮੱਥਾ ਟੇਕਿਆ। ਸ੍ਰੀ ਗੁਰੂ ਅਰਜਨ ਬਹੁ ਸਤਕਾਰਾ, ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਆਨੰਦ ਜੀ ਦਾ ਬੜਾ ਸਤਿਕਾਰ ਕੀਤਾ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹਨਾਂ ਦੇ ਨਾਮ ਤੇ ਗੁਰਬਾਣੀ ਉਚਾਰਨ ਕੀਤੀ ਹੈ, ਸਰੂਪਾਉ ਬਖਸ਼ਿਆ ਹੈ ਤੇ ਬੜੇ ਮਹਾਨ ਗੁਰਸਿੱਖ ਹਨ। ਪਾਸ ਬਿਠਾਇਓ ਆਨੰਦ ਧਾਰਾ, ਤੇ ਆਪਣੇ ਪਾਸ ਬਿਠਾਇਆ ਤੇ ਬੜਾ ਭਾਰੀ ਆਨੰਦ, ਬੜਾ ਭਾਰੀ ਖੇੜਾ ਹੋਇਆ। ਅਤ ਹਰਖਤ ਚਿਤ ਸਭ ਪਰਵਾਰੋ, ਇਹਦਾ ਸਾਰਾ ਹੀ ਪਰਿਵਾਰ ਚਿੱਤ ਦੇ ਵਿੱਚ ਬੜਾ ਹੀ ਖੁਸ਼ ਹੋਇਆ ਸਤਿਗੁਰਾਂ ਦੇ ਆਉਣ ਕਰਕੇ। ਕਰਵਾਵਤ ਪੇ ਤਿਆਰ ਆਹਾਰੋ, ਫਿਰ ਇਹਨੇ ਨੂੰ ਪਿਛਲਾ ਜਾਂ ਪਹਿਰ ਹੋ ਗਿਆ ਤੇ ਰਾਤ ਦੇ ਸਮੇਂ ਦਾ ਭੋਜਨ ਤਿਆਰ ਕਰਨ ਲੱਗ ਪਏ। ਸਾਦਰ ਚੌਂਕੀ ਚਾਰ ਢਸਾਈ, ਬੜੇ ਸਤਿਕਾਰ ਦੇ ਨਾਲ ਮਹਾਰਾਜ ਸਾਹਿਬ ਜੀ ਨੂੰ ਭੋਜਨ ਛਕਾਉਣ ਦੇ ਵਾਸਤੇ ਸੋਹਣੀ ਚੌਂਕੀ ਅੱਗੇ ਮਹਾਰਾਜ ਦੇ ਡਾਈ ਹੈ। ਇਸ ਪਰ ਸਤਿਗੁਰ ਦੀਨ ਬਿਠਾਏ, ਇੱਕ ਚੌਂਕੀ ਭੋਜਨ ਰੱਖਣ ਦੇ ਲਈ ਤੇ ਇੱਕ ਚੌਂਕੀ ਦੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਬਿਠਾ ਦਿੱਤਾ। ਨਾਨਾ ਰਸ ਕੇ ਭੋਜਨ ਪਾਏ, ਨਾਨਾ ਤਰ੍ਹਾਂ ਦੇ ਰਸਾਂ ਨਾਲ ਮਿਲੇ ਹੋਏ ਭੋਜਨ ਮਹਾਰਾਜ ਜੀ ਦੇ ਅੱਗੇ ਛਕਣ ਵਾਸਤੇ ਪਰੋਸੇ ਹਨ। ਥਾਲ ਵਿਸਾਲ ਧਰਿਓ ਅਗਵਾਏ, ਇੱਕ ਬਹੁਤ ਵੱਡਾ ਥਾਲ ਮਹਾਰਾਜ ਜੀ ਦੇ ਅੱਗੇ ਚੌਂਕੀ ਦੇ ਉੱਤੇ ਟਿਕਾਇਆ, ਜਿਹਦੇ ਵਿੱਚ 6 ਰਸਾਂ ਦੇ ਨਾਲ ਮਿਲੇ ਹੋਏ ਪਦਾਰਥ ਤਿਆਰ ਕਰਕੇ ਚਾਹ ਦੇ ਨਾਲ ਵੀ ਸਾਹਿਬ ਆਏ ਨੇ ਘਰ ਦੇ ਵਿੱਚ ਤਿਆਰ ਕਰਕੇ ਰੱਖੇ ਨੇ। ਬਾਨੀ ਮਦਰ ਮੋਹਰੀ ਕਹੈ, ਬਾਬਾ ਮੋਹਰੀ ਜੀ ਬਹੁਤ ਮਿਠਾਸ ਦੇ ਬਚਨ ਕਹਿਣ ਲੱਗੇ। ਅਸਨ ਅਚਾਵਤ ਦਰਸ਼ਨ ਲਹੈ, ਅਸਨ ਅਚਾਵਤ ਬੇਨਤੀ ਕਰਕੇ ਮਹਾਰਾਜ ਨੂੰ ਭੋਜਨ ਛਕਾ ਰਹੇ ਨੇ।
ਤੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਨਾਲੇ ਦਰਸ਼ਨ ਕਰ ਰਹੇ ਹਨ। ਸਕਲ ਕਟੰਬ ਅਚਿਓ ਮਿਲ ਫੇਰੀ। ਜਦੋਂ ਮਹਾਰਾਜ ਨੇ ਭੋਜਨ ਛਕ ਲਿਆ ਤੇ ਫਿਰ ਬਾਬਾ ਮੋਹਰੀ ਜੀ ਤੇ ਬਾਕੀ ਸਾਰੇ ਪਰਿਵਾਰ ਨੇ ਵੀ ਮਿਲ ਕੇ ਭੋਜਨ ਛਕਿਆ। ਰਾਤ ਬਿਖੈ ਸੁਟ ਸੇਜ ਬਡੇਰੀ। ਰਾਤ ਦੇ ਸਮੇਂ ਬੜੀ ਸੋਹਣੀ ਸੇਜਾ ਪੰਜਵੇਂ ਪਾਤਸ਼ਾਹ ਦੇ ਬਰਾਜਣ ਦੇ ਵਾਸਤੇ ਪਲੰਗੇ ਦੇ ਉੱਤੇ ਸੋਹਣੇ ਇਹ ਮਹਾਰਾਜ ਦੇ ਲਈ ਰਜਾਈਆਂ ਤਲਾਈਆਂ ਵਿਛਾ ਕੇ ਸੋਹਣਾ ਚਾਦਰਾ ਸੇਜ ਬੰਦ ਬੜਾ ਸੋਹਣਾ ਸੁਹਾਣਾ ਉਜਲ ਨਿਰਮਲ ਤੇ ਅਣਲਗ ਸੇਜਾ ਵਿਛਾ ਕੇ ਬਿਰਾਜਮਾਨ ਕੀਤਾ ਏ। ਸੁਪਤ ਹੇਤ ਸ੍ਰੀ ਗੁਰ ਕੋ ਦਈ। ਇਹ ਤਾਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਬਿਰਾਜਣ ਦੇ ਲਈ ਬੜੀ ਸੋਹਣੀ ਸੇਜਾ ਅਰਪਣ ਕੀਤੀ ਹੈ। ਏਮ ਸੁਖ ਸੋ ਪ੍ਰਾਤੀ ਪੁਨ ਭਈ। ਇਹ ਤਾਂ ਸੁਖ ਦੇ ਨਾਲ ਰਾਤ ਦਾ ਸਮਾਂ ਬਤੀਤ ਹੋਇਆ ਤੇ ਅੰਮ੍ਰਿਤ ਵੇਲਾ ਹੋ ਆਇਆ। ਜਾਏ ਬਾਵਲੀ ਕੀ ਨਿਸ਼ਨਾਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਦੇ ਤੜਕੇ ਬੌਲੀ ਸਾਹਿਬ ਵਿੱਚ ਜਾ ਕੇ ਇਸ਼ਨਾਨ ਕੀਤਾ। ਪਟ ਜਪਜੀ ਸ੍ਰੀ ਨਾਨਕ ਧਿਆਨਾ। ਬੌਲੀ ਸਾਹਿਬ ਦੇ ਪਾਸ ਹੀ ਬੈਠ ਕੇ ਜਪ ਸਾਹਿਬ ਦਾ ਪਾਠ ਕੀਤਾ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ। ਲੀਨ ਮੋਹਰੀ ਆਪਣੇ ਸਾਥ। ਇਹ ਤਾਂ ਜਦੋਂ ਨੇਮ ਨਿਭਾ ਲਿਆ ਮਹਾਰਾਜ ਸਾਹਿਬ ਜੀ ਨੇ ਕੁਝ ਸਮਾਂ ਸਮਾਧੀ ਲੀਨ ਰਹੇ ਫਿਰ ਬਾਬੇ ਮੋਹਰੀ ਨੂੰ ਆਪਣੇ ਨਾਲ ਲੈ ਕੇ ਗਮਨੇ ਸ੍ਰੀ ਗੁਰ ਅਰਜਨ ਨਾਥ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਮਾਲਕ ਨਗਰ ਤੋਂ ਬਾਹਰ ਬਿਆਸ ਦਰਿਆ ਵਾਲੇ ਪਾਸੇ ਨੂੰ ਗਏ ਹਨ। ਅਪਰ ਲੋਕ ਗਨ ਸੰਗ ਸਿਧਾਏ। ਇਹਦੇ ਨੂੰ ਪ੍ਰਕਾਸ਼ ਹੋ ਗਿਆ ਲੋ ਲੱਗ ਗਈ ਤੇ ਬਹੁਤ ਸਿੱਖ ਸੰਗਤ ਨਗਰ ਨਿਵਾਸੀ ਮਾਈ ਭਾਈ ਵੀ ਮਹਾਰਾਜ ਜੀ ਦੇ ਨਾਲ ਚੱਲ ਪਏ। ਪਾਸ ਬਿਪਾਸਾ ਪਿਖ ਹਰ ਖਾਏ। ਬਿਆਸ ਦਰਿਆ ਦੇ ਪਾਸ ਗਏ ਨੇ ਤੇ ਵੇਖ ਕੇ ਮਹਾਰਾਜ ਬੜੇ ਪ੍ਰਸੰਨ ਹੋਏ। ਸੁੰਦਰ ਹੈ ਪ੍ਰਵਾਹ ਜਿਸ ਕੇਰੇ। ਇਸ ਦਰਿਆ ਦਾ ਬੜਾ ਸੋਹਣਾ ਪ੍ਰਵਾਹ ਹੈ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਅੱਜ ਵਾਂਗ ਸਾਧ ਸੰਗਤ ਮੈਲ ਮਿਲਾਵਟ ਨਹੀਂ ਨਿਰਮਲ ਪ੍ਰਵਾਹ ਚੱਲਦਾ ਹੈ। ਜਿਵੇਂ ਹੁਣ ਅੱਜ ਕੱਲ ਫੈਕਟਰੀਆਂ ਦੇ ਕਈ ਤਰ੍ਹਾਂ ਦੇ ਕੈਮੀਕਲ ਵੀ ਪਾ ਦਿੰਦੇ ਨੇ ਗੰਦਗੀ ਪਾਉਂਦੇ ਨੇ ਲੋਕ ਪਰ ਉਦੋਂ ਬਹੁਤ ਹੀ ਨਿਰਮਲ ਪ੍ਰਵਾਹ ਸੀ ਮਹਾਰਾਜ ਨੇ ਵੇਖਿਆ। ਨਾਦਤ ਖਗ ਚਕਵਾਦ ਕਨੇਰੇ। ਤੇ ਫੇਰ ਨਾਦਤ ਖਗ ਚਕਵਾਦ ਕਨੇਰੇ ਜਿਹੜੇ ਚਕਵੇ ਆਦਿਕ ਤੇ ਹੋਰ ਪੰਛੀ ਬੜੀ ਸੋਹਣੀ ਆਵਾਜ਼ ਕਰ ਰਹੇ ਹਨ। ਪੋਹ ਫਟਾਲੇ ਦੇ ਸਮੇਂ ਸੋਹਣੀਆਂ ਆਵਾਜ਼ਾਂ ਪੰਛੀਆਂ ਦੀਆਂ ਚਾਰ ਸਪੇਰਿਓ ਗੂੰਜਦੀਆਂ ਹਨ। ਦੋ ਦੇਹੁਰੇ ਦੇਖਣ ਕਰੇ। ਤੇ ਜਾ ਰਹੇ ਨੇ ਤੇ ਦੂਰੋਂ ਮਹਾਰਾਜ ਦੀ ਨਿਗਾਹ ਪਈ ਤੇ ਦੋ ਦੇਹੁਰੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਵੇਖੇ ਹਨ। ਕਮਲ ਕਲੀ ਸਮ ਸੁੰਦਰ ਖਰੇ। ਆ ਸੋਹਣਾ ਕਮਲ ਕਲੀ ਸਮ ਸੁੰਦਰ ਖਰੇ। ਜੇ ਕਮਲ ਦੀ ਬੰਦ ਕਲੀ ਹੁੰਦੀ ਹੈ ਨਾ ਏਦਾਂ ਚਿੱਟੀ ਕਲੀ ਵਰਗੇ ਦੇਹੁਰੇ ਮਹਾਰਾਜ ਸਾਹਿਬਾਂ ਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰੂ ਰਾਮਦਾਸ ਸਾਹਿਬ ਜੀ ਉਹ ਦਿਉਰੇ ਦੇ ਦੂਰੋਂ ਹੀ ਦਰਸ਼ਨ ਹੋਏ ਹਨ। ਵੇਖੇ ਦੂਰ ਤੇ ਉੱਜੜ ਐਸੇ। ਦੂਰੋਂ ਵੇਖਿਆ ਤੇ ਏਦਾਂ ਕਹਿੰਦੇ ਵੀ ਉੱਜਲ ਨੇ ਏਦਾਂ ਚਿੱਟੇ ਫੱਬ ਰਹੇ ਹਨ। ਭਾਦੋਂ ਮਾਸ ਖੂਬ ਜੁਗ ਜੈਸੇ। ਇਹ ਭਾਦੋਂ ਦੇ ਮਹੀਨੇ ਦੇ ਵਿੱਚ ਸਵੇਰ ਦੇ ਸਮੇਂ ਵੇਖੀਏ ਤੇ ਜਿਵੇਂ ਖੁੰਬਾਂ ਖਿੜਦੀਆਂ ਨੇ ਨਾ ਏਦਾਂ ਕਲੀ ਕਰਕੇ ਸੋਹਣਾ ਰੰਗ ਕਰਕੇ ਮਹਾਰਾਜ ਸਾਹਿਬ ਜੀ ਦੇ ਦੇਹੁਰੇ ਸਜਾਏ ਹੋਏ ਹਨ। ਜਨਨੀ ਪਿਤ ਯਾਰ ਪਿਤ ਨਿਜ ਜੋ। ਜਨਨੀ ਪਿਤ ਆਪਣੀ ਮਾਤਾ ਦੇ ਪਿਤਾ ਭਾਵ ਗੁਰੂ ਅਮਰਦਾਸ ਜੀ ਅਤੇ ਪਿਤ ਨਿਜ ਆਪਣੇ ਪਿਤਾ ਭਾਵ ਗੁਰੂ ਰਾਮਦਾਸ ਜੀ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਨਾ ਜੀ ਅਤੇ ਪਿਤਾ ਜੀ ਸਨ। ਨੇਤਰ ਭਰਿਓ ਜਲ ਸਿਮਰੇ ਦੋ। ਉਹਨਾਂ ਦੋਵਾਂ ਸਤਿਗੁਰਾਂ ਦੇ ਅਸਥਾਨ ਬਣੇ ਨੇ ਤੇ ਵੇਖ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਚੇਤੇ ਕੀਤਾ। ਚੇਤਾ ਆਇਆ ਵੀ ਕਿਵੇਂ ਨਾਨਾ ਸਤਿਗੁਰਾਂ ਦੀ ਗੋਦ ਵਿੱਚ ਖੇਡਦੇ ਰਹੇ ਕਿ ਦੋਹੇ ਥਾ ਬਾਣੀ ਕਾ ਬੋਏ ਦਾ ਵਰ ਬਖਸ਼ਿਆ ਭਾਰੀ ਗੁਰੂ ਹੋਣ ਦਾ ਵਰ ਬਖਸ਼ਿਆ ਪ੍ਰੇਮ ਕਰਦੇ ਸਨ ਮਹਾਰਾਜ। ਉਹ ਚੇਤਾ ਆਇਆ
ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਚੇਤਾ ਆਇਆ ਤਾਂ ਸਤਿਗੁਰਾਂ ਦੇ ਅੰਦਰ ਵਿਰਾਗ ਆ ਗਿਆ। ਭਰੇ ਪ੍ਰੇਮ ਪੁਲ ਕਾਬਲ ਹੋਈ। ਪ੍ਰੇਮ ਦੇ ਨਾਲ ਪੰਜਵੇਂ ਪਾਤਸ਼ਾਹ ਭਰ ਗਏ ਤੇ ਸਾਰੇ ਸਰੀਰ ਦੀ ਰੋਮਾਵਲੀ ਖਿੜ ਗਈ, ਸਾਰੇ ਕੇਸ ਖੜੇ ਹੋ ਗਏ। ਗਏ ਸਮੀਪ ਸੰਗ ਸਭ ਕੋਈ। ਏਦਾਂ ਦੂਰੋਂ ਵੇਖਦੇ ਆ ਪ੍ਰੇਮ ਨਾਲ ਭਰੇ ਹੋਏ ਸਭ ਮਾਈ ਭਾਈ ਦੇ ਸਮੇਤ ਮਹਾਰਾਜ ਬਿਆਸ ਦਰਿਆ ਦੇ ਨੇੜੇ ਬਣੇ ਹੋਏ ਡੇਰਿਆਂ ਦੇ ਪਾਸ ਪਹੁੰਚੇ ਹਨ। ਪੂਰਬ ਸ਼੍ਰੀ ਗੁਰੂ ਅਮਰ ਸਥਾਨੀ। ਆ ਪੂਰਬ ਸ੍ਰੀ ਗੁਰੂ ਅਮਰ ਸਥਾਨੀ, ਪਹਿਲਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿੱਥੇ ਸੰਸਕਾਰ ਦਾ ਸਥਾਨ ਹੈ, ਪਹਿਲਾਂ ਉਸ ਸਥਾਨ ਤੇ ਪਹੁੰਚੇ ਨੇ। ਬੰਧਨ ਕੀਨ ਜੋਰ ਜੁਗ ਪਾਨੀ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦੋਏ ਹੱਥ ਜੋੜ ਕੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਡੇਰੇ ਨੂੰ ਨਮਸਕਾਰ ਕੀਤੀ ਹੈ। ਮਹੁਰ ਪ੍ਰਕਰਮਾ ਦੀਨ ਸਫਿਰ ਕੈ। ਫਿਰ ਮਹਾਰਾਜ ਜੀ ਨੇ ਚਾਰ ਪ੍ਰਕਰਮਾਂ ਡੇਰੇ ਦੀਆਂ ਫਿਰ ਕੇ ਬੜੇ ਸਤਿਕਾਰ ਦੇ ਨਾਲ ਕੀਤੀਆਂ। ਮਸਤਕ ਧੂੜ ਲਗਾਵਣ ਤੇ ਕਰਕੇ। ਦੇਵਰੇ ਦੇ ਨੇੜਿਓਂ ਧੂੜ ਲੈ ਕੇ ਮਸਤਕ ਤੇ ਲਾਈ ਹੈ। ਬੈਠੇ ਪੁਨੇ ਕਰਾਹੋ ਮਗਾਇਓ। ਇੱਥੇ ਹੀ ਮਹਾਰਾਜ ਜੀ ਬੈਠ ਗਏ, ਗੁਰੂ ਅਮਰਦਾਸ ਜੀ ਦੇ ਗੁਣ ਕਰ ਰਹੇ ਨੇ ਤੇ ਕੜਾਹ ਪ੍ਰਸ਼ਾਦ ਦੀ ਦੇਗ ਮੰਗਾਈ ਵੀ ਖੁੱਲਾ ਹੀ ਭੰਡਾਰਾ ਲਿਆਵੋ। ਕਾਰਿ ਅਰਦਾਸ ਤਹਾਂ ਵਰਤਾਇਓ। ਅਰਦਾਸ ਕੀਤੀ ਤੇ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਗੁਰੂ ਅਮਰਦਾਸ ਜੀ ਦੇ ਦਿਵਰੇ ਤੇ ਵਰਤਾਈ ਹੈ। ਨਿਕਟ ਦੇਖ ਸੁੰਦਰ ਕੋ ਕਹਿਓ। ਮਹਾਰਾਜ ਸਾਹਿਬ ਦਾ ਪੜਪੋਤਾ ਸੀ ਨੇੜੇ ਬਾਬਾ ਸੁੰਦਰ ਜੀ। ਬਾਬਾ ਸੁੰਦਰ ਜੀ ਨੂੰ ਬੈਠਿਆਂ ਵੇਖ ਕੇ ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਹੇ ਸ਼ੁਭ ਮਤ ਤੁਮ ਸਭ ਕਿਛ ਲਇਓ। ਕਹਿਣ ਲੱਗੇ, ਹੇ ਸ਼ੁਭ ਮਤ ਵਾਲੇ ਬਾਬਾ ਸੁੰਦਰ ਜੀ, ਜਦੋਂ ਗੁਰੂ ਅਮਰਦਾਸ ਮਹਾਰਾਜ ਸੱਚਖੰਡ ਗਏ ਆ, ਤੁਸੀਂ ਉਹ ਸਾਰਾ ਕੁਝ ਜਾਣਦੇ ਹੋ, ਤੁਸੀਂ ਸਾਰੇ ਹੀ ਦਰਸ਼ਨ ਕੀਤੇ ਸਨ। ਸ੍ਰੀ ਗੁਰੂ ਅਮਰਦਾਸ ਜਿਸ ਭਾਂਤੀ। ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਜਦੋਂ ਸੱਚਖੰਡ ਚੱਲੇ, ਗੁਰਤਾ ਤਿਲਕ ਦੀਨ ਸੁਖ ਸ਼ਾਂਤੀ। ਤੇ ਗੁਰਤਾ ਗਦੀ ਦਾ ਜੋ ਤਿਲਕ ਹੈ, ਜੋ ਸੁਖ ਆਨੰਦ ਦੇ ਬਖਸ਼ਣ ਵਾਲਾ ਤਖਤ ਹੈ, ਇਹ ਜਿਵੇਂ ਗੁਰੂ ਰਾਮਦਾਸ ਜੀ ਨੂੰ ਬਖਸ਼ਿਆ। ਗੁਰੂ ਭਏ ਜਿਮ ਪਿਤਾ ਹਮਾਰੇ। ਜੇ ਸਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਬਣੇ, ਸੋ ਬਨਾਏ ਅਬ ਕਰੋ ਉਚਾਰੇ। ਉਹ ਸਾਰਾ ਤੁਸੀਂ ਹੁਣ ਕੋਈ ਭਜਨ ਬਣਾ ਕੇ, ਕਿਉਂਕਿ ਕਾਵਿ ਜਾਣਦੇ ਸਨ, ਕਵਿਤਾ ਰਚਨੀ ਬਾਬਾ ਸੁੰਦਰ ਜੀ ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਵੀ ਉਹ ਜਿਹੜਾ ਸਮਾਂ ਸੀ ਜਦੋਂ ਮਹਾਰਾਜ ਨੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖਸ਼ੇ, ਜਦੋਂ ਗੁਰੂ ਅਮਰਦਾਸ ਜੀ ਨੇ ਅੰਤਮ ਸਮੇਂ ਦਾ ਉਪਦੇਸ਼ ਕਿਹਾ ਤੇ ਜਿਵੇਂ ਜੋਤੀ ਜੋਤ ਸਮਾਏ, ਕਹਿੰਦੇ ਉਹ ਸਾਰਾ ਹੀ ਸਾਨੂੰ ਤੁਸੀਂ ਕਾਵਿ ਰੂਪ ਦੇ ਵਿੱਚ ਬਣਾ ਕੇ ਬਚਨ ਉਚਾਰ ਕੇ ਸੁਣਾਉਣਾ ਕਰੋ। ਸੁਣ ਸੁੰਦਰ ਨੇ ਸਤ ਬਨਾਵਾ। ਪੰਜਵੇਂ ਪਾਤਸ਼ਾਹ ਦੀ ਆਗਿਆ ਸੁਣ ਕੇ ਤੇ ਬਾਬਾ ਸੁੰਦਰ ਜੀ ਨੇ ਸਤ ਬਾਣੀ ਦੀ ਰਚਨਾ ਕੀਤੀ। ਸਤ ਜੀ ਦੇ ਸੱਦਾ ਪਿਆਰੇ ਦਾ ਸੁਨੇਹਾ ਹੋਵੇ, ਕਹਿੰਦੇ ਨਾ ਵੀ ਸੱਦਾ ਪੱਤਰ ਜਿਹਦੇ ਵਿੱਚ ਸੱਦਿਆ ਹੋਵੇ ਤੇ ਇਹਨੂੰ ਪਰਮੇਸ਼ਰ ਨੇ ਸੱਦਿਆ ਤੇ ਮਹਾਰਾਜ ਜੀ ਨੇ ਕਿਹਾ ਵੀ ਸਾਨੂੰ ਵਾਹਿਗੁਰੂ ਸੱਦ ਰਿਹਾ ਹੈ, ਉਹ ਬਾਣੀ ਦਾ ਨਾਮ ਹੀ ਸੱਦ ਰੱਖਿਆ ਤੇ ਸੱਦ ਬਾਣੀ ਉਚਾਰਨ ਕੀਤੀ। ਸ੍ਰੀ ਅਰਜਨ ਕੋ ਸਕਲ ਸੁਨਾਵਾ। ਸੱਦ ਬਣਾ ਕੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਸਾਰਾ ਹੀ ਬੜੇ ਪ੍ਰੇਮ ਦੇ ਨਾਲ ਸੁਣਾਉਣਾ ਕੀਤਾ। ਹੋਏ ਪ੍ਰਸੰਨ ਸੁਲੀਨ ਲਿਖਾਈ। ਮਹਾਰਾਜ ਬੜੇ ਖੁਸ਼ ਹੋਏ ਤੇ ਨਾਲ ਹੀ ਸਾਹਿਬਾਂ ਨੇ ਸਾਰਾ ਸੱਦ ਉਸੇ ਦੇ ਲਿਖਵਾ ਲਿਆ। ਕਹਿਓ ਗ੍ਰੰਥ ਮੈਂ ਧਰੇ ਬਨਾਈ। ਮਹਾਰਾਜ ਜੀ ਕਹਿਣ ਲੱਗੇ ਇਹਦੇ ਵਿੱਚ ਬੜਾ ਪਵਿੱਤਰ ਉਪਦੇਸ਼ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੀੜ ਅਸੀਂ ਰਚਣ ਲੱਗੇ ਆ, ਇਹ ਸਤ ਬਾਣੀ ਉਹਦੇ ਵਿੱਚ ਹੀ ਅਸੀਂ ਲਿਖਾਂਗੇ। ਅੰਤ ਸਮੇਂ ਇਸ ਪਾਠ ਜੋ ਕਰਹੀ। ਇਹ ਅੰਤ ਸਮੇਂ ਜਿਹੜਾ ਵੀ ਇਸ ਬਾਣੀ ਦਾ ਪਾਠ ਕਰੇਗਾ, ਇੱਕ ਤਾਂ ਅੰਤਮ ਸਮਾਂ ਹੈ ਮਨੁੱਖਾ ਜਨਮ, ਜਿਹੜਾ ਇਸ ਮਨੁੱਖਾ ਜਨਮ ਚ ਇਹ ਰਾਮ ਕਲੀ ਸਤ ਦਾ ਪਾਠ ਕਰੇਗਾ। ਰਾਮ ਕਲੀ ਰਾਗ ਵਿੱਚ ਮਹਾਰਾਜ ਨੇ ਆਨੰਦ ਸਾਹਿਬ ਤੋਂ ਅਗਲੇਰੀ ਬਾਣੀ ਸਤ ਦਰਜ ਕੀਤੀ ਵੀ ਜਦੋਂ ਕੋਈ ਪੁਰਾਣੀ ਇਹ ਸਤ ਦਾ ਪਾਠ ਕਰੇਗਾ ਤੇ ਜਾਂ ਕੋਈ ਲੱਗਦਾ ਵੀ ਹੁਣ ਚੜ੍ਹਾਈ ਕਰ ਜਾਣਾ, ਉਹ ਪਾਠ ਕਰੇਗਾ, ਜਾਂ ਕੋਈ ਚੜ੍ਹਾਈ ਕਰ ਗਿਆ ਉਹਦੇ ਨਿਮਿਤ ਵੀ ਕਿ ਇਸ ਬਾਣੀ ਦਾ ਪਾਠ ਕਰੇਗਾ। ਅੰਤ ਕਬੀਰ ਤਿਨਹੁ ਕੀ ਟਰਹੀ। ਜਿਹੜੀ ਅੰਤ ਸਮੇਂ ਦੀ ਪੀੜਾ ਹੁੰਦੀ ਆ ਨਾ, ਮਰਨ ਦਾ ਜਿਹੜਾ ਦੁੱਖ ਹੁੰਦਾ ਇਹ ਪਾਤਸ਼ਾਹ ਕਹਿੰਦੇ ਉਹਦਾ ਟਲ ਜਾਵੇਗਾ ਜਿਹੜਾ ਸਤ ਬਾਣੀ ਸਤ ਰਾਮ ਕਲੀ ਦਾ ਪਾਠ ਕਰੇਗਾ। ਮਹਾਰਾਜ ਸਾਹਿਬ ਜੀ ਨੇ ਉਹ ਪਵਿੱਤਰ ਬਾਣੀ ਦੇ ਵਿੱਚ
ਉਪਦੇਸ਼ ਦਿੱਤਾ ਹੈ, ਗੁਰੂ ਦੇ ਬਚਨ ਮੰਨਣ ਵਾਲਿਆਂ ਨੂੰ ਸਨਮੁਖ ਲਿਖਿਆ ਹੈ। ਅਤੇ ਜਿਨ੍ਹਾਂ ਬਚਨ ਨਹੀਂ ਮੰਨਿਆ ਉਹਨਾਂ ਦਾ ਲਿਖਿਆ ਹੈ ਵੀ ਜੇ ਕੋਈ ਬਖੀਲੀ ਕਰਦਾ ਏ ਉਹਨੂੰ ਵੀ ਨਿਭਣਾ ਪਵੇਗਾ ਆ ਕੇ। ਉਹ ਜੇ ਬਾਬਾ ਮੋਹਨ ਜੀ ਨਹੀਂ ਸਨ ਨਿਵੇ ਤੇ ਹੁਣ ਜਦੋਂ ਮਹਾਰਾਜ ਆਏ ਨਿਭ ਗਏ, ਉਹਦਾ ਵੀ ਜ਼ਿਕਰ ਕੀਤਾ ਵੀ ਜੇ ਕੋਈ ਬਖੀਲੀ ਕਰਦਾ, ਈਰਖਾ ਕਰਦਾ, ਨਹੀਂ ਨਿਭਿਆ ਉਹ ਸਤਿਗੁਰੂ ਨੇ ਆ ਕੇ ਫਿਰ ਨਿਭਾਤਾ ਪੰਜਵੇਂ ਪਾਤਸ਼ਾਹ ਨੇ। ਏਦਾਂ ਜ਼ਿਕਰ ਹੈ। ਉਹਦੇ ਵਿੱਚ ਜੇ ਕੋਈ ਚੜ੍ਹਾਈ ਕਰਦਾ ਹੈ ਵੀ ਉਹਦੇ ਨਿਮਿਤ ਕੀ ਕਰਨਾ ਚਾਹੀਦਾ ਕਿ ਕਥਾ ਕੀਰਤਨ ਦੇ ਪ੍ਰਵਾਹ ਚੱਲਣ, ਇਹ ਵੀ ਉਪਦੇਸ਼ ਹੈ। ਸਾਰੇ ਮਨੁੱਖਾ ਜੀਵਨ ਦਾ ਗੁਰੂ ਹੁਕਮ ਦਾ ਮੁਜੱਸਮਾ ਹੈ ਰਾਮ ਕਲੀ ਸੱਦ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਜਿਹੜਾ ਇਹਦਾ ਪਾਠ ਕਰੂ ਉਹਦੀ ਪੀੜਾ ਟਲ ਜਾਏਗੀ। ਇਮ ਕਹਿ ਤਹ ਤੇ ਗਮਨੇ ਆਗੇ। ਏਦਾਂ ਕਹਿ ਕੇ ਤੇ ਉੱਥੋਂ ਮਹਾਰਾਜ ਅੱਗੇ ਚਲੇ ਗਏ। ਸਾਧ ਸੰਗਤ ਇੱਕ ਜਿਹੜੀ ਹੈ ਨਾ ਬੜੀ ਗੱਲ ਦੁਬਿਧਾ ਵਾਲੀ ਬਣੀ ਹੈ ਬਹੁਤੇ ਸਿੱਖਾਂ ਲਈ, ਜਿਵੇਂ ਹੋਰ ਬਾਣੀਆਂ ਦਾ ਨਿਤਨੇਮ ਕਰਦੇ ਆ। ਸਤ ਬਾਣੀ ਦਾ ਨਿਤਨੇਮ ਪੁਰਾਣੇ ਸਿੱਖ ਕਰਦੇ ਸੀ, ਹੁਣ ਨਹੀਂ ਕਰਦੇ। ਉਹ ਬਣਾਇਆ ਵੀ ਜਿੱਦਣ ਕੋਈ ਚੜ੍ਹਾਈ ਕਰੂਗਾ ਉਹਦਾ ਜਦੋਂ ਭੋਗ ਪਏਗਾ ਤੇ ਸਤ ਬਾਣੀ ਕੇਵਲ ਉਦਣ ਪੜ੍ਹਨੀ ਹੈ। ਉਹ ਤਾਂ ਮਰਿਆਦਾ ਹੈ, ਉਹ ਤਾਂ ਪੜ੍ਹਨੀ ਹੀ ਹੈ। ਰਾਮ ਕਲੀ ਤੋਂ ਪਹਿਲਾਂ ਵਿਛੜੇ ਦੇ ਨਿਮਿਤ ਵੀ ਬਾਣੀ ਦਾ ਪ੍ਰਵਾਹ ਚੱਲਣਾ, ਪਰ ਇਹ ਸਾਡੇ ਨਿਤਨੇਮ ਦੀ ਹੀ ਬਾਣੀ ਹੈ ਸਤ ਬਾਣੀ। ਇਹ ਜਿਹੜਾ ਵੀ ਮਨ ਵਿੱਚ ਕਿਸੇ ਦੇ ਹੋਣਾ ਵੀ ਇਹਦੇ ਚੜ੍ਹਾਈ ਕਰੇ ਕੋਈ ਉਦੋਂ ਪੜ੍ਹੀ ਦੀ ਹੈ, ਇਹ ਵੀ ਬੜੀ ਅਣਗਹਿਲੀ ਹੈ। ਬਾਣੀ ਦਾ ਆਪਾਂ ਗੁਰੂ ਗ੍ਰੰਥ ਸਾਹਿਬ ਵੀ ਸਾਰੀ ਪੜ੍ਹਦੇ ਆ, ਜੇ ਕੋਈ ਚੜ੍ਹਾਈ ਕਰੇ ਜਪਜੀ ਸਾਹਿਬ ਵੀ ਪੜ੍ਹਦੇ ਆ, ਆਨੰਦ ਸਾਹਿਬ ਵੀ ਪੜ੍ਹਦੇ ਆ। ਤੇ ਕਿਸੇ ਬਾਣੀ ਪ੍ਰਤੀ ਏਦਾਂ ਦੀ ਭਾਵਨਾ ਬਣਾ ਲੈਣੀ ਇਹ ਗੁਰਬਾਣੀ ਦਾ ਜੇ ਕੋਈ ਜੀਵ ਮਰੇ ਤੇ ਤਾਂ ਪੜ੍ਹਨੀ ਚਾਹੀਦੀ ਹੈ। ਤੇ ਜੇ ਕੋਈ ਪਾਠ ਕਰੇ ਤੇ ਬਹੁਤ ਵਹਿਮ ਕਰਦੇ, ਕਹਿੰਦੇ ਇਹਦਾ ਪਾਠ ਕਿਉਂ ਕਰਦੇ ਆ। ਇਹ ਬੜੀ ਇੱਕ ਦਚੁੱਤੀ ਦੇ ਮਨਮਤ ਵਾਲੀ ਗੱਲ ਹੈ। ਸਤਿਗੁਰਾਂ ਦੀ ਗੁਰਬਾਣੀ ਜਿਹੜੀ ਹੈ ਇਹ ਸਾਡੇ ਜੰਮਣੇ ਦੇ ਮਰਨੇ ਦੇ ਸਾਰੇ ਹੀ ਕਾਰਜ ਸਵਾਰਦੀ ਹੈ। ਇਹ ਕਰਕੇ ਕਦੀ ਵੀ ਬਾਣੀ ਦਾ ਏਦਾਂ ਦਾ ਕੋਈ ਭਰਮ ਨਹੀਂ ਕਰਨਾ ਚਾਹੀਦਾ। ਕਿਸੇ ਬਾਣੀ ਨੂੰ ਕਿਸੇ ਸਮੇਂ ਦੀ ਕਹਿ ਕੇ ਕੇਵਲ ਨਹੀਂ ਮੰਨਣਾ ਚਾਹੀਦਾ। ਏਮ ਪਿਖਿਓ ਦੇਹੋਰਾ ਪਿਤ ਦੁੱਤ ਜਾਗੇ। ਏਦਾਂ ਮਹਾਰਾਜ ਬਚਨ ਕਰਕੇ ਤੇ ਫਿਰ ਉੱਥੋਂ ਥੋੜਾ ਅੱਗੇ ਗਏ ਤੇ ਅੱਗੇ ਜਿੱਥੇ ਗੁਰੂ ਰਾਮਦਾਸ ਜੀ ਦਾ ਸੰਸਕਾਰ ਹੋਇਆ ਸੀ ਉਹ ਦੇਹ ਦੇ ਦਰਸ਼ਨ ਕੀਤੇ, ਬੜਾ ਸੋਹਣਾ ਲੱਗ ਰਿਹਾ ਹੈ। ਨਮਹਿ ਕਰਤ ਪਰ ਕਰਮਾ ਦੀਨਸ। ਚਾਰ ਪਰਕਰਮਾਂ ਮਹਾਰਾਜ ਸਾਹਿਬ ਜੀ ਨੇ ਜਾ ਕੇ ਕੀਤੀਆਂ। ਤਾਂ ਪ੍ਰਸਾਦ ਵਰਤਾਵਣ ਉਸੇ ਵੀ ਬੜਾ ਪ੍ਰਸ਼ਾਦ ਦੀ ਦੇਗ ਖੁੱਲੀ ਵਰਤਾਈ ਹੈ। ਪਿਤ ਕੋ ਧਰਿਓ ਧਿਆਨ ਸੁਖ ਪਾਏ। ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਦੇਰੇ ਲਾਗੇ ਬਹਿ ਕੇ ਮਹਾਰਾਜ ਨੇ ਪਿਤਾ ਜੀ ਦਾ ਧਿਆਨ ਕੀਤਾ ਤੇ ਬੜਾ ਆਨੰਦ ਪਾਇਆ। ਆਨੰਦ ਤੇ ਲੋਚਨ ਜਲ ਛਾਏ। ਆਨੰਦ ਦੇ ਨਾਲ ਨੇਤਰਾਂ ਚੋਂ ਜਲ ਆ ਗਿਆ। ਇੱਕ ਦੇ ਹੁੰਦਾ ਨਾ ਕੋਈ ਸੋਖ ਕਰਕੇ ਅੱਖਾਂ 'ਚੋਂ ਪਾਣੀ ਆਉਣਾ, ਮਹਾਰਾਜ ਦੇ ਆਨੰਦ ਦੇ ਨਾਲ ਹੀ ਨੇਤਰਾਂ ਚੋਂ ਜਲ ਆ ਗਿਆ। ਸਰਬ ਰੀਤ ਸ਼ੁਭ ਕਰਕੇ ਫਿਰੇ। ਸਭ ਤਰ੍ਹਾਂ ਕਰਕੇ ਦਰਸ਼ਨ ਦਿਦਾਰੇ ਕੀਤੇ ਮਹਾਰਾਜ ਜੀ ਨੇ। ਮੰਦ ਮੰਦ ਆਵਤ ਪੇ ਘਰੇ। ਸਹਿਜ ਸਹਿਜ ਫਿਰ ਵਾਪਸ ਬਾਬਾ ਮੋਹਰੀ ਜੀ ਦੇ ਘਰ ਨੂੰ ਆ ਗਏ। ਬੈਠ ਕਰਿਓ ਸੁਖ ਸੰਗ ਆਹਾਰਾ। ਬੈਠ ਕੇ ਬੜੇ ਸੁਖ ਦੇ ਨਾਲ ਮਹਾਰਾਜ ਨੇ ਦਿਨ ਦੇ ਪਹਿਲੇ ਪਹਿਰ ਦਾ ਭੋਜਨ ਛਕਿਆ। ਸ੍ਰੀ ਗੁਰੂ ਅਰਜਨ ਪਰਮ ਉਦਾਰਾ। ਗੁਰੂ ਅਰਜਨ ਦੇਵ ਮਹਾਰਾਜ ਬੜੇ ਹੀ ਸਖੀ ਦਾਤੇ ਸ੍ਰੇਸ਼ਟ ਨੇ। ਤੇ ਕਈ ਸਿੱਖਾਂ ਦੇ ਮਨ 'ਚ ਵੀ ਹੁਣ ਉਹ ਦੇਰੇ ਕਿੱਥੇ ਬਣੇ ਹਨ। ਉਹ ਮਹਾਰਾਜ ਸਾਹਿਬ ਨੇ ਆਪਣੇ ਦੇਰੇ ਰੱਖੇ ਹੀ ਨਹੀਂ, ਇਸ ਕਰਕੇ ਦੱਸਦੇ ਆ ਵੀ ਉਹ ਜਲ ਦੇ 'ਚ ਪ੍ਰਵਾਹ ਹੋ ਗਏ ਫੇਰ ਬਣਾਏ, ਪਰ ਫੇਰ ਪ੍ਰਵਾਹ ਹੋ ਗਏ। ਫਿਰ ਮਹਾਰਾਜ ਦੀ ਰਜਾ ਜਾਣ ਕੇ ਗੁਰਸਿੱਖਾਂ ਨੇ ਉਹ ਦੇਹਰੇ ਨਹੀਂ ਬਣਾਏ। ਇਸੇ ਕਰਕੇ ਗੋਂਦਵਾਲ ਸਾਹਿਬ ਜਾਈਏ ਤਾਂ ਮਹਾਰਾਜ ਦੇ ਸੰਸਕਾਰ ਸਥਾਨ ਨਹੀਂ ਕਿਤੇ ਲੱਭਦੇ। ਦੋਹਰਾ ਨਿਕਟ ਮੋਹਰੀ ਆਦ ਨਰ। ਬਾਬਾ ਮੋਹਰੀ ਜੀ ਦੇ ਹੋਰ ਜਿਹੜੇ ਗੁਰਸਿੱਖ ਨੇੜੇ ਬੈਠੇ ਸਨ, ਬੈਠੇ ਸਭ ਸੁਖ ਪਾਏ। ਸਭ ਮਹਾਰਾਜ ਦੇ ਦਰਸ਼ਨ ਕਰਕੇ ਤੇ ਬੜਾ ਸੁਖ ਆਨੰਦ ਪਾ ਰਹੇ ਹਨ। ਸ੍ਰੀ ਅਰਜਨ ਤਿਸ ਛਿਨ ਬਿਖੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਜਦੋਂ ਪ੍ਰਸ਼ਾਦਾ ਛਕ ਲਿਆ ਬੋਲੇ ਮੁਖ ਮੁਸਕਾਏ। ਮੁਸਕਰਾਉਂਦੇ ਹੋਇਆ ਨਾ ਮੁਖ ਦੇ ਵਿੱਚੋਂ ਬਚਨ ਕੀਤਾ ਹੈ। ਸਵਈਆ ਛੰਦ ਮਾਤੁਲ ਜੀ ਆਗਿਆ ਅਬਦੀਜਹਿ। ਮਹਾਰਾਜ ਬਾਬਾ ਮੋਹਰੀ ਜੀ ਨੂੰ ਕਹਿੰਦੇ, ਮਾਮਾ ਜੀ ਹੁਣ ਆਗਿਆ ਦਿਓ ਸਾਨੂੰ।
ਸੁਦਾ ਸਰੋਵਰ ਕਰੇ ਪਿਆਨ ਅਸੀਂ ਅੰਮ੍ਰਿਤਸਰ ਸਾਹਿਬ ਨੂੰ ਹੁਣ ਇੱਥੋਂ ਚੱਲਣਾ ਕਰੀਏ, ਕਾਰਜ ਭਇਓ ਹਮਾਰੋ ਪੂਰਨ ਕਿਉਂਕਿ ਗੋਂਦਵਾਲ ਸਾਹਿਬ ਜਿਹੜਾ ਕਾਰਜ ਸੀ ਗੁਰਬਾਣੀ ਦੀਆਂ ਪੋਥੀਆਂ ਲੈਣ ਦਾ ਉਹ ਸਾਡਾ ਪੂਰਾ ਹੋ ਗਿਆ ਹੈ। ਕਿਰਪਾ ਤੁਮਾਰੀ ਤੇ ਹਿਤ ਠਾਣ ਤੁਹਾਡੀ ਕਿਰਪਾ ਦੇ ਨਾਲ, ਬੜੇ ਹਿੱਤ ਦੇ ਨਾਲ ਹੀ, ਪ੍ਰੇਮ ਦੇ ਨਾਲ ਹੀ ਕਹਿੰਦੇ ਵੀ ਕਾਰਜ ਹੋ ਗਿਆ। ਬਾਬਾ ਮੋਹਨ ਜੀ ਨੇ ਬੜੇ ਪ੍ਰੇਮ ਦੇ ਨਾਲ ਪੋਥੀਆਂ ਦਿੱਤੀਆਂ। ਚਤਰਨ ਚਤੁਰ ਗੁਰਨ ਕੀ ਬਾਣੀ ਪ੍ਰਾਪਤ ਚੌਹਾਂ ਗੁਰਾਂ ਦੀ ਬਾਣੀ ਸਾਨੂੰ ਪ੍ਰਾਪਤ ਹੋ ਗਈ ਹੈ। ਸਭ ਕੋ ਕਰ ਹੈ ਏਕ ਸਥਾਨ ਤੇ ਹੁਣ ਅਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਕਾਰਜ ਰੰਭਣਾ ਏ, ਸਾਰੀ ਗੁਰਬਾਣੀ ਨੂੰ ਇੱਕ ਥਾਂ ਤੇ ਕਰਾਂਗੇ। ਜਿਸ ਕੋ ਪਾਠ ਸੁਣ ਅਰਥ ਵਿਚਾਰਨ ਇਸ ਪਵਿੱਤਰ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਦੇ ਵਿੱਚ ਭਾਵ ਕੀ ਹੈ ਉਹਦੇ ਅਰਥ ਵਿਚਾਰ ਕੇ ਜਾਂ ਗੁਰਬਾਣੀ ਨੂੰ ਸੁਣ ਕੇ ਹਿਰਦੈ ਬਸਾਏ ਪਾਏ ਕਲਿਆਣ ਤੇ ਜਿਹੜਾ ਫਿਰ ਹਿਰਦੇ 'ਚ ਵਸਾਊਗਾ ਕਲਿਆਣ ਪਾਊਗਾ। ਬਾਣੀ ਜਿਹੜਾ ਪੜੂਗਾ, ਬਾਣੀ ਜਿਹੜਾ ਸੁਣੂਗਾ, ਜਿਹੜਾ ਵਿਚਾਰੂਗਾ, ਹਿਰਦੇ 'ਚ ਵਸਾਊਗਾ, ਮਹਾਰਾਜ ਦੇ ਬਚਨ ਉਹ ਮੁਕਤ ਹੋ ਜਾਵੇਗਾ ਜੰਮਣ ਮਰਨ ਤੋਂ। ਪੁਨ ਮਾਤੁਲ ਜੇਸ਼ਟ ਕੋ ਦਰਸ਼ਨ ਇਹ ਪੁਨ ਮਾਤਰ ਜੇਸ਼ਟ ਕੋ ਦਰਸ਼ਨ। ਤੇ ਫਿਰ ਕਹਿੰਦੇ ਵੀ ਜਿਹੜੇ ਵੱਡੇ ਮਾਮਾ ਜੀ, ਮਾਮਾ ਮੋਹਨ ਜੀ ਹਨ, ਉਹਨਾਂ ਦੇ ਜੋ ਦਰਸ਼ਨ ਹਨ, ਪ੍ਰੇਮ ਸੰਗ ਮਿਲ ਬੋ ਕਰ ਲੀਨ ਇਹਦੇ ਪ੍ਰੇਮ ਦੇ ਨਾਲ ਮਿਲੇ ਨੇ ਤੇ ਅਸੀਂ ਆਪਣੇ ਮਾਮਾ ਮੋਹਨ ਜੀ ਦੇ ਵੀ ਦਰਸ਼ਨ ਕਰ ਲਏ ਹਨ। ਹੁਣ ਬਹੁਰ ਕਿਰਪਾ ਕਰ ਮੇਲ ਆਪ ਉਸ ਕੋ ਤੋਂ ਬਾਅਦ ਕਿਰਪਾ ਕਰਕੇ ਦੇ ਮਾਮਾ ਜੀ ਮੋਰੀ ਜੀ ਆਪ ਜੀ ਦੇ ਨਾਲ ਸਾਡਾ ਮੇਲ ਹੋਇਆ ਹੈ। ਮਹਾ ਲਾਭ ਹੋਵਾ ਮਨ ਚੀਨ ਅਸੀਂ ਤੇ ਤੁਹਾਡੇ ਨਾਲ ਮਿਲ ਕੇ ਵੀ ਵੱਡਾ ਲਾਭ ਹੀ ਜਾਣਿਆ ਵੀ ਤੁਹਾਡੇ ਨਾਲ ਮੇਲ ਕਰਕੇ ਬੜਾ ਆਨੰਦ ਮਿਲਿਆ। ਸਕਲ ਕੁਟੰਬ ਅਲੰਬ ਹਮਾਰੋ ਕਿਉਂਕਿ ਸਕਲ ਕੁਟੰਬ ਅਲੰਬ ਹਮਾਰੋ, ਤੁਹਾਡਾ ਜਿਹੜਾ ਸਾਰਾ ਹੀ ਪਰਿਵਾਰ ਹੈ ਉਹ ਸਾਡੇ ਸਾਰੇ ਕੁਟੁੰਬ ਦਾ ਮਾਮਾ ਜੀ ਤੁਸੀਂ, ਤੁਹਾਡਾ ਪਰਿਵਾਰ ਆਸਰਾ ਹੈ। ਹਰਖ ਪਰਸ ਪਰ ਦਰਸ਼ਨ ਕੀਨ ਦੇਖੋ ਬੜੇ ਚਾਅ ਉਤਸ਼ਾਹ ਦੇ ਨਾਲ ਪਰਸਪਰ ਦਰਸ਼ਨ ਕੀਤੇ ਹਨ। ਦਵੈ ਸਤ ਗੁਰ ਕੇ ਪੂਜ ਦੇਹੁਰੇ ਉਹ ਸਤਿਗੁਰਾਂ ਦੇ ਦੇਵਰਾਂ ਦੇ ਵੀ ਦਰਸ਼ਨ ਹੋ ਗਏ ਨੇ ਸਾਨੂੰ। ਮੱਜਨ ਬਾਪੀ ਆਨੰਦ ਦੀਨ ਤੇ ਮੌਲੀ ਸਾਹਿਬ ਦਾ ਇਸ਼ਨਾਨ ਹੋਇਆ ਹੈ, ਜੋ ਆਨੰਦ ਦੇ ਦੇਣ ਵਾਲੀ ਗੁਰੂ ਅਮਰਦਾਸ ਸਾਹਿਬ ਜੀ ਨੇ ਪਾਵਨ ਬੌਲੀ ਸਾਹਿਬ ਰਚੀ ਹੈ। ਸੁਨਤ ਮੋਹਰੀ ਜੋਗ ਕਰ ਜੋਰੇ ਜਦੋਂ ਪੰਜਵੇਂ ਪਾਤਸ਼ਾਹ ਨੇ ਕਿਹਾ ਸਾਨੂੰ ਆਗਿਆ ਦਿਓ ਤੇ ਬਚਨ ਸੁਣ ਕੇ ਬਾਬਾ ਮੋਰੀ ਜੀ ਨੇ ਦੋਵੇਂ ਹੱਥ ਜੋੜੇ। ਗੁਰਤਾ ਗਾਦੀ ਪਰ ਥਿਤ ਆਪ ਕਹਿੰਦੇ ਮਹਾਰਾਜ ਅਸੀਂ ਕੀ ਆਗਿਆ ਦੇਣ ਦੇ ਅਧਿਕਾਰੀ ਆ, ਕਿਉਂਕਿ ਗੁਰਤਾ ਗੱਦੀ ਦੇ ਤਖਤ ਤੇ ਤੁਸੀਂ ਬਿਰਾਜਮਾਨ ਹੋ। ਜਾਤੇ ਤੁਮ ਸਭ ਤੇ ਹੋ ਦੀਰਗ ਇਸ ਕਰਕੇ ਮਹਾਰਾਜ ਸਭ ਤੋਂ ਵੱਡੇ ਤੁਸੀਂ ਹੋ। ਇਹ ਸੰਸਾਰੀ ਸੰਬੰਧ ਥੋੜਾ ਵੱਡਾ ਵੇਖਿਆ ਜਾਣਾ ਵੀ ਅਸੀਂ ਮਾਮੇ ਲੱਗਦੇ, ਤੁਸੀਂ ਭਣੇਵੇਂ ਹੋ, ਭਾਣਜੇ ਹੋ। ਮਹਾਰਾਜ ਤੁਸੀਂ ਗੁਰੂ ਨਾਨਕ ਸਾਹਿਬ ਦਾ ਰੂਪ ਹੋ, ਇਸ ਕਰਕੇ ਅਸੀਂ ਤੁਹਾਨੂੰ ਉਹੀ ਜੋਤ ਜਾਣ ਕੇ ਵੱਡੇ ਥਾਂ ਮੰਨਦੇ ਹਾਂ। ਬੰਦਨੀ ਬੜ ਦਿਪੇ ਪ੍ਰਤਾਪ ਬੰਦਨੀਏ ਨਮਸਕਾਰ ਸਾਡੇ ਕਰਨ ਜੋਗ ਸਦਾ ਤੇ ਤੁਹਾਡਾ ਮਹਾਰਾਜ ਪ੍ਰਤਾਪ ਬੜਾ ਵੱਡਾ ਪ੍ਰਗਟ ਹੈ। ਇਹ ਠਾਂ ਬਾਸ ਕਰੋ ਸੁਖ ਪਾਵੋ ਅਸੀਂ ਤੇ ਇੰਨੀ ਬੇਨਤੀ ਕਰ ਸਕਦੇ ਆ ਵੀ ਤੁਸੀਂ ਇੱਥੇ ਗੋਂਦਵਾਲ ਸਾਹਿਬ ਵੀ ਮਹਾਰਾਜ ਰਹੋ, ਹੁਣ ਇੱਥੇ ਹੀ ਰਹਿ ਕੇ ਸੁਖ ਪਾਵੋ। ਹਮ ਦਰਸ ਹੈ ਗਨ ਦੋਖਨ ਖਾਪ ਨਾਲੇ ਸਾਨੂੰ ਵੀ ਨਿਤ ਤੁਹਾਡੇ ਦਰਸ਼ਨ ਹੋਇਆ ਕਰਨਗੇ, ਜੋ ਦਰਸ਼ਨ ਕਰਕੇ ਤੇ ਸਮੂਹ ਪਾਪ ਖੱਪ ਜਾਂਦੇ, ਨਾਸ ਹੁੰਦੇ ਨੇ। ਸੰਗਤ ਆਏ ਉਪਾਏ ਨਿਰਪੈ ਤੇ ਮਹਾਰਾਜ ਇੱਥੇ ਸੰਗਤਾਂ ਆਇਆ ਕਰਨਗੀਆਂ, ਇੱਥੇ ਹੀ ਤੁਹਾਡੇ ਦੀਵਾਨ ਸਜਣਗੇ, ਦਰਸ਼ਨ ਮੇਲੇ ਕਰਨਗੇ, ਭਟਾਵਾਂ ਅਰਪਿਆ ਕਰਨਗੀਆਂ। ਸਭ ਦੇਸ਼ਨ ਕੀ ਮਿਲੇ ਕਲਾਪ ਤੇ ਸਮੂਹ ਦੇਸ਼ਾਂ ਦੀਆਂ ਸੰਗਤਾਂ ਆਪ ਜੀ ਨੂੰ ਇੱਥੇ ਆ ਕੇ ਮਿਲਣਗੀਆਂ। ਸ੍ਰੀ ਅਰਜਨ ਕਹਿ ਮਾਤੁਲ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਸ੍ਰੀ ਅਰਜਨ ਕੈ ਮਾਤੁਲ ਜੀ ਸੁਣਾ, ਹੈ ਮਾਮਾ ਜੀ ਸੁਣੋ ਸਾਡੀ ਬੇਨਤੀ। ਹਮ ਤੁਮਰੀ ਆਇਸ ਅਨਸਾਰ ਇਹਦੇ ਜੋ ਤੁਸੀਂ ਭਜਨ ਕੀਤਾ ਹੈ ਨਾ ਵੀ ਗੋਂਦਵਾਲ ਸਾਹਿਬ ਰਹੋ, ਹੁਣ ਇੱਥੇ ਰਿਹਾ ਕਰੋ। ਜੇ ਗੁਰੂ ਅਮਰਦਾਸ ਜੀ ਰਹੇ, ਗੁਰੂ ਰਾਮਦਾਸ ਜੀ ਵੀ ਵਾਵਾ ਸਮਾਂ ਆ ਕੇ ਰਹਿੰਦੇ ਰਹੇ,
ਤੇ ਅਸੀਂ ਹੈ ਤਾਂ ਤੁਹਾਡੀ ਆਗਿਆ ਦੇ ਅਨੁਸਾਰ। ਇੱਕ ਪਰੰਤ ਕਾਰਣ ਲਖ ਪਰ ਲੀਜਹਿ ਇੱਥੇ ਨਾ ਰਹਿਣ ਦਾ ਜਿਹੜਾ ਇੱਕ ਕਾਰਨ ਹੈ ਨਾ ਗੋਂਦਵਾਲ ਸਾਹਿਬ ਸਦਾ ਲਿਓ ਤੁਸੀਂ ਇਹ ਜਾਣ ਲਵੋ। ਰਿੱਧ ਗੁਰੂ ਜੋ ਪਿਤਾ ਤੁਮਾਰ ਕਿ ਜੋ ਤੁਹਾਡੇ ਪਿਤਾ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਹੋਏ ਹਨ, ਹਮਰੇ ਪਿਤ ਕੋ ਆਗਿਆ ਦੀਨਸ ਉਹਨਾਂ ਨੇ ਆਪਣੇ ਸਰੀਰ ਦੇ ਰਹਿੰਦਿਆਂ ਹੋਇਆਂ ਸਾਡੇ ਪਿਤਾ ਗੁਰੂ ਰਾਮਦਾਸ ਜੀ ਨੂੰ ਆਗਿਆ ਕੀਤੀ ਸੀ, ਹੁਕਮ ਕੀਤਾ ਸੀ। ਸਰ ਕੀ ਜਾਏ ਕਰਾਵੋ ਕਾਰ ਤੁਸੀਂ ਜਾ ਕੇ ਤੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾਓ ਤੇ ਤੀਜੇ ਪਾਤਸ਼ਾਹ ਦੀ ਆਗਿਆ ਨਾਲ ਹੀ ਗੁਰੂ ਰਾਮਦਾਸ ਜੀ ਸੇਵਾ ਕਰਾਉਂਦੇ ਰਹੇ। ਅੰਦਰ ਹਰ ਮੰਦਰ ਰਤ ਸੁੰਦਰ ਤੇ ਉਹਨਾਂ ਦੀ ਆਗਿਆ ਸੀ ਵੀ ਸਰੋਵਰ ਬਣਾ ਕੇ ਤੇ ਉਹਦੇ ਵਿੱਚ ਸੋਹਣਾ ਹਰ ਮੰਦਰ ਰੱਬ ਦਾ ਘਰ ਬਣਾਉਣਾ, ਸੱਚਖੰਡ ਬਣਾਉਣਾ ਹੈ। ਸੇਵ ਸੰਭਾਰੋ ਸਰਬ ਪ੍ਰਕਾਰ ਤੇ ਸਭ ਤਰ੍ਹਾਂ ਕਰਕੇ ਸੇਵਾ ਕਰਾਉਣੀ ਤੇ ਸੰਭਾਲ ਕਰਨੀ ਹੈ। ਰਿੱਧ ਗੁਰੂ ਕੇ ਹਮ ਸਭ ਸੇਵਕ ਤੇ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਬਾਬਾ ਮੋਹਰੀ ਜੀ ਆਪਾਂ ਸਾਰੇ ਹੀ ਗੁਰੂ ਅਮਰਦਾਸ ਜੀ ਦੇ ਹੀ ਸਿੱਖ ਸੇਵਕ ਹਾਂ। ਕਰ ਨਾ ਸਕੇ ਤਿਨ ਆਗਿਆ ਭੰਗ ਤੇ ਉਹਨਾਂ ਦੀ ਆਗਿਆ ਨਹੀਂ ਨਾ ਭੰਗ ਕਰ ਸਕਦੇ। ਗੁਰੂ ਅਮਰਦਾਸ ਜੀ ਦੀ ਆਗਿਆ ਹੈ ਵੀ ਉੱਥੇ ਸਰੋਵਰ ਬਣਾਓ ਤੇ ਉੱਥੇ ਹੀ ਸਾਰਾ ਕੁਝ ਪ੍ਰਬੰਧ ਚਲਾਵੋ। ਪਿਤ ਪਾਛੇ ਹਮ ਟਹਿਲ ਸੰਭਾਰੇ ਆ ਮਹਾਰਾਜ ਦਾ ਭਜਨ ਮੰਨ ਕੇ ਸਾਡੇ ਪਿਤਾ ਗੁਰੂ ਰਾਮਦਾਸ ਜੀ ਵੀ ਸੇਵਾ ਕਰਦੇ ਰਹੇ। ਉਹਨਾਂ ਨੇ ਸੱਚਖੰਡ ਜਾਣ ਲੱਗਿਆ ਕਿ ਸਾਨੂੰ ਆਗਿਆ ਕੀਤੀ ਤੇ ਅਸੀਂ ਸਰੋਵਰ ਦੀ ਸੇਵਾ ਆਰੰਭ ਕਰਾ ਦਿੱਤੇ। ਕਰਤ ਸੁਦਾਸਰ ਕੀ ਹਿਤ ਸੰਗ ਤੇ ਮਹਾਰਾਜ ਦਾ ਬਚਨ ਜਾਣ ਕੇ ਬੜੇ ਹਿੱਤ ਦੇ ਨਾਲ ਬਾਬਾ ਮੋਹਰੀ ਜੀ ਅਸੀਂ ਸੇਵਾ ਕਰਾ ਰਹੇ ਹਾਂ। ਜਾਂਤੇ ਬਾਸ ਉਚਿਤ ਹੈ ਤੇ ਠਾਂ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਸਾਡਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿਣਾ ਹੀ ਉਚਿਤ ਹੈ ਵੱਡੇ ਸਤਿਗੁਰਾਂ ਦੀ ਆਗਿਆ ਅਨੁਸਾਰ। ਮਾਨ ਗੁਰੂ ਕੇ ਬਾਗ ਨਿਸੰਗ ਕਿਉਂਕਿ ਇਹਦੇ ਵਿੱਚ ਕੋਈ ਵੀ ਸੰਗ ਸ਼ਰਮ ਵਾਲੀ ਗੱਲ ਨਹੀਂ ਹੈ। ਨਿਸ਼ੰਗ ਹੋ ਕੇ ਗੁਰੂ ਦੇ ਬਚਨ ਮੰਨ ਕੇ ਅਸੀਂ ਉੱਥੇ ਰਹਿੰਦੇ ਹਾਂ। ਇਹ ਠਾਂ ਉਹ ਠਾਂ ਭੇਦ ਨਾ ਕੋ ਤੇ ਨਾਲੇ ਮਹਾਰਾਜ ਕਹਿੰਦੇ ਮਾਮਾ ਜੀ ਇਹ ਥਾਂ ਜੋ ਗੋਂਦਵਾਲ ਸਾਹਿਬ ਹੈ, ਬੌੜੀ ਸਾਹਿਬ ਤੇ ਉਹ ਥਾਂ ਜਿਹੜਾ ਅੰਮ੍ਰਿਤਸਰ ਸਾਹਿਬ ਹੈ, ਇਹਨਾਂ ਦੇ ਵਿੱਚ ਕੋਈ ਭੇਦ ਥੋੜਾ, ਕੋਈ ਫਰਕ ਥੋੜਾ ਹੈ। ਦੋਨੋਂ ਗੁਰ ਸਥਾਨ ਇੱਕ ਰੰਗ ਦੋਏ ਦਾ ਗੁਰ ਸਥਾਨ ਨੇ ਤੇ ਇੱਕੋ ਜਿਹੇ ਰੰਗ ਦੇ, ਇੱਕੋ ਭਾਂਤ ਦੇ, ਇੱਕੋ ਆਨੰਦ ਦੇ ਹਨ। ਇਹ ਬਚਨ ਹੀ ਸਮਝਣ ਵਾਲਾ ਹੈ। ਜਦੋਂ ਆਪਾਂ ਇਹ ਫਰਕ ਕਰਦੇ ਆ ਨਾ ਵੀ ਫਲਾਨਾ ਗੁਰੂ ਘਰ ਉਹਨਾਂ ਪ੍ਰਬੰਧਕਾਂ ਦਾ ਤੇ ਫਲਾਨਾ ਗੁਰੂ ਘਰ ਫਲਾਣੇ ਜਥੇਬੰਦੀ ਦਾ, ਫਲਾਨਾ ਗੁਰਦੁਆਰਾ ਫਲਾਨੀ ਬਰਾਦਰੀ ਦਾ ਤੇ ਫਲਾਨਾ ਫਲਾਨੀ ਜਾਤ ਦਾ, ਉੱਥੇ ਮਾਰ ਖਾਣੇ ਆ। ਨਹੀਂ ਤੇ ਇੱਕ ਨਗਰ 'ਚ ਭਾਵੇਂ 100 ਗੁਰਦੁਆਰਾ ਵੀ ਹੋਵੇ ਉਦੋਂ ਮਾਰ ਨਹੀਂ ਕੋਈ ਖਾਊਗਾ। ਮਾਰ ਉਦੋਂ ਖਾਓਗੇ ਜਦੋਂ ਆਖੋਗੇ ਉਹ ਗੁਰਦੁਆਰਾ ਫਲਾਨਿਆਂ ਦਾ ਤੇ ਉਹ ਗੁਰਦੁਆਰਾ ਫਲਾਨਿਆਂ ਦਾ, ਜਦੋਂ ਕਿ ਗੁਰਦੁਆਰਾ ਸਿੱਖ ਦਾ ਹੁੰਦਾ ਹੈ। ਜਿਹੜਾ ਗੁਰੂ ਦਾ ਸਿੱਖ ਹੈ ਉਹ ਇਹੀ ਆਖੇਗਾ ਮੇਰੇ ਮਾਲਕ ਦਾ ਦੁਆਰਾ ਹੈ। ਜਿੱਥੇ ਵੀ ਜਾਵੇ ਉੱਥੇ ਹੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ। ਤੇ ਜਦੋਂ ਭੇਦ ਫਰਕ ਰੱਖਾਂਗੇ ਵੀ ਇਹ ਇੱਥੋਂ ਦਾ ਪ੍ਰਬੰਧ ਹੋਰ ਕਿਸੇ ਕੋ ਆਇਆ ਤੇ ਗੁਰਦੁਆਰਾ ਵੀ ਹੋਰ ਦਾ ਕਵਾਂਗੇ, ਫਲਾਣੇ ਥਾਂ ਦਾ ਪ੍ਰਬੰਧ ਫਲਾਨੀ ਸਭਾ ਕੋ ਆਇਆ, ਉਹਦਾ ਪ੍ਰਬੰਧ ਫਲਾਨੀ ਕਮੇਟੀ ਕੋ ਆਇਆ, ਉਹਦਾ ਪ੍ਰਬੰਧ ਫਲਾਨੀ ਜਥੇਬੰਦੀ ਕੋ ਜਾਓ ਫਲਾਣੇ ਪਿੰਡ ਦੇ ਨੇ, ਤਾਂ ਫੇਰ ਅਸੀਂ ਲਾਭ ਤੋਂ ਖਾਲੀ ਰਹਾਂਗੇ। ਇੱਕ ਹੀ ਮਹਾਰਾਜ ਦਾ ਸਥਾਨ ਜਾਣਨਾ ਵੀ ਗੁਰੂ ਦਾ ਘਰ ਹੈ। ਮਰਿਆਦਾ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਰਹਿਤ ਮਰਿਆਦਾ ਰਹਿਤ ਨਾਮੇ ਅਨੁਸਾਰ ਚੱਲੇ ਜੋ ਭਜਨ ਵੱਡੇ ਸਤਿਗੁਰਾਂ ਦੇ ਹਨ। ਤੇ ਗੁਰੂ ਘਰ ਦੀ ਨਹੀਂ ਆਈ ਸਾਨੂੰ ਦਿਖੇ। ਇਸ ਜਿੰਨਾ ਚਿਰ ਇਹ ਭਾਵਨਾ ਹੋਊਗੀ ਫੇਰ ਉਹਨਾਂ ਚਿਰ ਨਹੀਂ ਫਰਕ ਪੈਣਾ। ਜਦੋਂ ਆ ਕੋਈ ਰੌਲਾ ਪੈਂਦਾ ਵੀ ਇੱਕ ਨਗਰ 'ਚ ਇੱਕ ਗੁਰਦੁਆਰਾ ਹੋਣਾ ਚਾਹੀਦਾ, ਉਹ ਕਿਉਂ ਰੌਲਾ ਪੈਂਦਾ? ਜਦੋਂ ਉੱਥੇ ਸਾਰੇ ਵੱਖੋ ਵੱਖ ਆਪੋ ਆਪਣੀ ਕੋਈ ਦੁਕਾਨਦਾਰੀ ਦੇ ਤੌਰ ਤੇ ਚੱਲਦੇ ਆ, ਉਦੋਂ ਦਾ ਰੌਲਾ ਪਵੇਗਾ ਹੀ। ਜਦੋਂ ਸਿਧਾਂਤ ਭਾਵਨਾ ਇੱਕ ਹੋਵੇ ਉਦੋਂ ਨਹੀਂ ਕਿਸੇ ਤਰ੍ਹਾਂ ਦਾ ਰੌਲਾ। ਤੇ ਮਹਾਰਾਜ ਰੌਲਾ ਮੁਕਾਉਣ ਦੀ ਸਾਨੂੰ ਸਿੱਖਿਆ ਦੇ ਰਹੇ। ਇਹਦੇ ਬਾਬਾ ਮੋਹਰੀ ਜੀ ਗੋਂਦਵਾਲ ਸਾਹਿਬ ਤੇ ਅੰਮ੍ਰਿਤਸਰ ਸਾਹਿਬ, ਭਾਵੇਂ ਇੱਥੇ ਰਹੀਏ ਭਾਵੇਂ ਉੱਥੇ ਰਹੀਏ, ਇਹ ਗੁਰੂ ਨਾਨਕ ਸਾਹਿਬ ਦੇ ਹੀ ਸਥਾਨ ਨੇ ਨਾ। ਇੱਕੋ ਹੀ ਰੰਗ, ਇੱਕੋ ਹੀ ਆਨੰਦ, ਇੱਕੋ ਤਰ੍ਹਾਂ ਦੇ ਹਨ। ਆਗੇ ਜਿਮ ਆਗਿਆ ਹੋਏ ਤੁਮਾਰੀ ਤੇ ਬਾਕੀ ਜਿਵੇਂ ਤੁਹਾਡੀ ਆਗਿਆ ਹੋਵੇ, ਜਿਵੇਂ ਤੁਹਾਡਾ ਹੁਕਮ ਹੋਵੇ, ਅਸੀਂ ਉਸੇ ਤਰ੍ਹਾਂ ਵੀ ਮੰਨਣ ਨੂੰ ਤਿਆਰ ਹਾਂ। ਤੇ ਹਮ ਕਰ ਹੈ ਹਰਖਿ ਉਪਾਏ ਅਸੀਂ ਬੜੇ
ਚਾਅ ਉਤਸ਼ਾਹ ਦੇ ਨਾਲ ਉਸੇ ਤਰ੍ਹਾਂ ਹੀ ਕਰਾਂਗੇ ਜਿਵੇਂ ਤੁਸੀਂ ਕਹੋਗੇ। ਸੁਨਤ ਮੋਹਰੀ ਲਖੀ ਸੁਨੀਕੋ। ਬਾਬਾ ਮੋਹਰੀ ਜੀ ਨੇ ਜਦੋਂ ਇਹ ਭਜਨ ਸੁਣਿਆ ਵੀ ਵੱਡੇ ਸਤਿਗੁਰਾਂ ਨੇ ਕਿਹਾ ਸੀ ਅੰਮ੍ਰਿਤਸਰ ਵਸਾਉਣ ਨੂੰ, ਤੇ ਇਹ ਗੱਲ ਜਾਣ ਕੇ ਤੇ ਬਹੁਤ ਚੰਗੀ ਲੱਗੀ ਵੀ ਬਿਲਕੁਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਭਜਨ ਕਿਹਾ ਹੈ ਇਸੇ ਤਰ੍ਹਾਂ ਹੀ ਹੈ, ਵੀ ਇਹੀ ਗੱਲ ਠੀਕ ਹੈ ਵੀ ਗੁਰੂ ਮਹਾਰਾਜ ਨੇ ਉੱਥੇ ਹੀ ਨਗਰ ਵਸਾਉਣ ਦੀ ਆਗਿਆ ਕੀਤੀ ਸੀ। ਜਥਾ ਜੋਗ ਤੁਮ ਕਹੀ ਬਨਾਏ। ਇਹਦੇ ਮਹਾਰਾਜ ਜੋ ਆਪ ਜੀ ਨੇ ਕਿਹਾ ਬਿਲਕੁਲ ਠੀਕ ਕਿਹਾ ਹੈ, ਜੋ ਜੋਗ ਭਜਨ ਹੈ ਉਹੀ ਸਾਨੂੰ ਕਿਹਾ ਹੈ। ਤਤ ਪਜਾਮਨ ਤੀਨ ਬਸੀਜ ਹੈ। ਪਰ ਫੇਰ ਵੀ ਕਹਿੰਦੇ ਚਲੋ ਮਹਾਰਾਜ ਇੱਕ ਇੰਨੀ ਕੁ ਬੇਨਤੀ ਸਾਡੀ ਮੰਨ ਲਓ ਵੀ ਤੁਹਾਡੇ ਦਰਸ਼ਨ ਕਰਕੇ ਅਜੇ ਨਾ ਚਿੱਤ ਭਰਿਆ ਨਹੀਂ ਹੈ, ਤੇ ਮਹਾਰਾਜ 3 ਕੁ ਰਾਤਾਂ ਇੱਥੇ ਤੇ ਵਸੋ ਗੋਂਦਵਾਲ ਸਾਹਿਬ ਦੇ ਵਿੱਚ, ਤੇ 3 ਕੁ ਰਾਤਾਂ ਇੱਥੇ ਰਹਿ ਕੇ ਇੱਥੇ ਮਹਾਰਾਜ ਜਿਵੇਂ ਅੰਮ੍ਰਿਤਸਰ ਚ ਦੀਵਾਨ ਸਜਾਉਂਦੇ ਹੋ, ਦਰਸ਼ਨ ਮੇਲੇ ਜਿਵੇਂ ਉੱਥੇ ਹੁੰਦੇ ਇੱਥੇ ਵੀ ਦਰਸ਼ਨ ਦੇਵੋ। ਦਰਸ਼ਨ ਦੇਹੋ ਦਰਸ਼ਨ ਸਮੁਦਾਏ। ਮਹਾਰਾਜ ਸਾਹਿਬ ਜੀ ਮੇਰੇ ਸਮੇਤ ਇੱਥੇ ਜਿੰਨੇ ਵੀ ਨਗਰ ਦੇ ਨੇੜੇ ਰਹਿਣ ਵਾਲੇ ਮਾਈ ਭਾਈ ਗੁਰਸਿੱਖ ਨੇ ਉਹਨਾਂ ਨੂੰ ਦਰਸ਼ਨ ਦਿਓ। 3 ਕੁ ਦਿਨ ਰਹੋ ਤੇ ਸਾਰੇ ਆਪ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਣ। ਪੁੰਨ ਪ੍ਰਸਥਾਨੋ ਮਨ ਸੁਖ ਮਾਨੋ। ਤੇ ਫੇਰ ਮਹਾਰਾਜ ਜੇ ਆਪ ਜੀ ਦੀ ਭਾਵਨਾ ਹੋਵੇ ਫੇਰ ਤੁਸੀਂ ਚਲੇ ਜਾਣਾ, ਜੇ ਮਨ ਨੂੰ ਚੰਗਾ ਲੱਗੇ ਉਸੇ ਤਰ੍ਹਾਂ ਕਰਨਾ। ਥਾਨੋ ਸੇਵ ਇਸ਼ਨਾਨੋ ਜਾਏ। ਤੇ ਜੇ ਤੁਹਾਡੀ ਭਾਵਨਾ ਹੈ ਵੀ ਉੱਥੇ ਜਾ ਕੇ ਸੇਵਾ ਕਰਨੀ, ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰਨਾ ਹੈ, ਤਾਂ ਕਹਿੰਦੇ ਫੇਰ ਚਲੇ ਜਾਇਓ 3 ਦਿਨਾਂ ਬਾਅਦ। ਮਾਨ ਮੋਹਰੀ ਮਾਤੁਲ ਕੇ ਬਚ। ਮਹਾਰਾਜ ਸਾਹਿਬ ਜੀ ਨੇ ਆਪਣੇ ਮਾਮਾ ਮੋਹਰੀ ਜੀ ਦਾ ਇਹ ਬਚਨ ਮੰਨ ਲਿਆ ਵੀ ਜਿਹੜਾ ਕਿਹਾ ਵੀ 3 ਦਿਨ ਇੱਥੇ ਰਹੋ। ਸ਼੍ਰੀ ਅਰਜਨ ਪੁਨ ਕੀਨ ਨਿਵਾਸ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਫਿਰ ਦੂਜੇ ਦਿਨ ਵੀ ਗੋਂਦਵਾਲ ਸਾਹਿਬ ਜੀ ਨਿਵਾਸ ਰੱਖਿਆ। ਸੇਵਾ ਕੇ ਬਸ ਹੋਵੈ ਕਰ ਬਾਸੇ। ਪ੍ਰੇਮ ਦੇ ਸੇਵਾ ਦੇ ਬਸ ਹੋ ਕੇ 5ਵੇਂ ਪਾਤਸ਼ਾਹ ਗੋਂਦਵਾਲ ਸਾਹਿਬ ਦੇ ਵਿੱਚ ਵਸੇ ਹਨ। ਮਿਲ ਸਭ ਬੈਠੇ ਧਰੇ ਹੁਲਾਸ। ਸਾਰੇ ਮਿਲ ਕੇ ਮਹਾਰਾਜ ਦੇ ਪਾਸ ਬੈਠਦੇ ਤੇ ਬੜਾ ਚਾਅ ਉਤਸ਼ਾਹ ਆਨੰਦ ਧਾਰਦੇ ਹਨ। ਭਗਤ ਵਿਰਾਗ ਗਿਆਨ ਕੀ ਚਰਚਾ। ਮਹਾਰਾਜ ਦੇ ਨਾਲ ਚਰਚਾ ਕਰਦੇ ਨੇ, ਭਗਤੀ ਦੀ, ਵੈਰਾਗ ਦੀ, ਗਿਆਨ ਦੇ ਇਹੋ ਜਿਹੇ ਬਚਨ ਪੁੱਛਦੇ ਹਨ। ਕਰਹਿ ਮਦਰ ਸ਼ੁਭ ਬਾਕ ਪ੍ਰਕਾਸ਼। ਤੇ ਮਹਾਰਾਜ ਜਿਨ੍ਹਾਂ ਦਾ ਕੋਈ ਸਵਾਲ ਹੈ ਉਹਨੂੰ ਸਮਝਾਉਣ ਦੇ ਲਈ ਭਗਤੀ, ਵੈਰਾਗ, ਗਿਆਨ ਦੇ ਬੜੇ ਸੋਹਣੇ ਬਚਨਾਂ ਦੇ ਨਾਲ ਸਮਝਾਉਂਦਿਆਂ ਹੋਇਆ ਉੱਤਰ ਦਿੰਦੇ ਹਨ। ਸਿੱਖ ਦੀ ਭਾਵਨਾ ਹੋਣੀ ਚਾਹੀਦੀ, ਜੋ ਮਹਾਰਾਜ ਨੂੰ ਕਹੇ ਉਹੀ ਫਲ ਮਿਲਦਾ। ਅੱਜ ਵੀ ਕੋਈ ਭਗਤੀ ਦੀ ਗੱਲ ਪੁੱਛੇ, ਕੋਈ ਗਿਆਨ ਵੈਰਾਗ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹੀ ਉੱਤਰ ਦੇ ਦਿੰਦੇ ਹਨ। ਜਥਾ ਜੋਗ ਉੱਤਰ ਦੇ ਸਭ ਕੋ। ਜਿਹੋ ਜਿਹਾ ਕੋਈ ਸਵਾਲ ਕਰਦਾ ਜੋਗ ਉੱਤਰ ਭਾਵ ਸਹੀ ਉੱਤਰ ਦੇ ਕੇ ਉਹਦੀ ਨਿਸ਼ਾ ਕਰਾ ਕੇ ਮਹਾਰਾਜ ਨਿਹਾਲ ਕਰ ਰਹੇ ਨੇ ਸਭ ਦੇ ਤਾਈਂ। ਅਨੇਕ ਭਾਂਤ ਕੇ ਮੁਦਤ ਬਿਲਾਸ। ਤੇ ਅਨੇਕਾਂ ਤਰ੍ਹਾਂ ਦੇ ਆਨੰਦ ਬਿਲਾਸ ਹੋ ਰਹੇ, ਖੁਸ਼ ਹੁੰਦੇ ਨੇ ਜਿਹੜੇ ਜਗਿਆਸੂ ਮਹਾਰਾਜ ਦੇ ਬਚਨ ਸੁਣਦੇ ਹਨ। 3 ਦਿਵਸ ਸ਼੍ਰੀ ਅਰਜਨ ਬਸ ਕਰ। ਧੰਨ ਗੁਰੂ ਅਰਜਨ ਦੇਵ ਮਹਾਰਾਜ 3 ਦਿਨ ਇੱਥੇ ਦੀਵਾਨ ਸਜਾ ਕੇ ਤੇ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ। ਜਥਾ ਜੋਗ ਸਭ ਕੋ ਹਰ ਖਾਏ। ਇਹ ਜਥਾ ਜੋਗ ਸਾਰਿਆਂ ਨੂੰ ਮਹਾਰਾਜ ਨੇ ਨਿਹਾਲ ਆਨੰਦ ਪ੍ਰਸੰਨ ਕੀਤਾ। ਜਾਚੀ ਵਿਦਾ ਨਮਰਤਾ ਅਤ ਕਰ। ਫਿਰ ਵੀ ਬਹੁਤ ਨਿਮਰਤਾ ਜਨਾ ਕੇ ਮਹਾਰਾਜ ਨੇ ਫਿਰ ਵਿਦਾਈ ਮੰਗੀ ਹੈ, ਕਹਿਣ ਲੱਗੇ ਮਾਤੁਲ ਜੀ ਅਬ ਦੇਹੋ ਰਜਾਏ। ਇਹਦੇ ਮਾਮਾ ਜੀ ਹੁਣ ਰਜਾ ਦਿਓ, ਤੁਹਾਡਾ ਬਚਨ ਮੰਨ ਕੇ ਅਸੀਂ 3 ਦਿਨ ਰਹੇ, ਹੁਣ ਸਾਨੂੰ ਆਗਿਆ ਦੇਵੋ। ਸੁਦਾ ਸਰੋਵਰ ਪਹੁੰਚਿਓ ਚਾਹਤ। ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਅਸੀਂ ਪਹੁੰਚਿਆ ਚਾਹੁੰਦੇ ਹਾਂ। ਕਹੇ ਆਪ ਕੇ ਰਹਿ ਇਹ ਥਾਏ। ਤੁਹਾਡੇ ਕਹਿਣ ਕਰਕੇ ਵੇਖੋ, ਜੇ ਤੁਹਾਡੀ ਆਗਿਆ ਸੀ ਅਸੀਂ ਗੋਂਦਵਾਲ ਸਾਹਿਬ ਦੇ ਵਿੱਚ ਕੁਝ ਦਿਨ ਰੁਕੇ ਰਹੇ। ਕਹਿਤ ਮੋਹਰੀ ਜਿਉ ਨਿਜ ਇੱਛਾ। ਬਾਬਾ ਮੋਹਰੀ ਦਾ ਚਿੱਤ ਨਹੀਂ ਕਰਦਾ, ਕਹਿਣ ਲੱਗਾ ਮਹਾਰਾਜ ਅਸੀਂ ਕਿਵੇਂ ਕਹੀਏ ਵੀ ਤੁਸੀਂ ਜਾਓ, ਜੇ ਤੁਹਾਡੀ ਇੱਛਾ ਹੈ। ਬਾਹਰ ਮਿਲੋ ਕਬ ਦੇਹੋ ਬਤਾਏ। ਬਸ ਇੰਨੀ ਕਿਰਪਾ ਕਰੋ ਵੀ ਮੁੜ ਕੇ ਮਹਾਰਾਜ ਕਦੋਂ ਦਰਸ਼ਨ ਹੋਣਗੇ ਤੁਹਾਡੇ, ਫੇਰ ਕਦੋਂ ਮਹਾਰਾਜ ਆ ਕੇ ਮਿਲੋਗੇ। ਇਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਗੋਂਦਵਾਲ ਸਾਹਿਬ ਤੋਂ ਪੋਥੀਆਂ ਲੈ ਕੇ ਜੇ ਬਹੁਤ ਹੀ ਸਤਿਕਾਰ ਦੀ ਮਰਿਆਦਾ ਸਾਨੂੰ ਦੱਸਣ ਦੇ ਲਈ ਪਾਲਕੀ ਸਾਹਿਬ ਦੇ ਵਿੱਚ ਗੁਰਬਾਣੀ ਸੁਭਾਏਮਾਨ ਕਰਕੇ
ਨੰਗੇ ਚਰਨੀ ਚੌਰ ਸਾਹਿਬ ਕਰਦਿਆਂ ਖਡੂਰ ਸਾਹਿਬ ਤੋਂ ਹੁੰਦਿਆਂ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਦੇ ਹਨ। ਇਹ ਕਥਾ ਪਾਉਣ ਵਾਲੇ ਸਮੇਂ ਸਰਵਣ ਕਰਾਂਗੇ। ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਮਹਾਰਾਜ ਜੀ ਦੇ ਸੰਗਤ ਬਖਸ਼ਣ ਵਾਲਾ ਬਖਸ਼ ਲੈਣਾ। ਵਾਹਿਗੁਰੂ 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 ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਥ ਅਗਮ ਪੂਰਨ ਮੋਹਿ ਮਇਆ ਤਾਰ ਅੰਧ ਕੂਪ ਮਹਾ ਭਿਆਨ ਨਾਨਕ ਪਾਰੇ ਉਤਾਰ ਆਏ ਪ੍ਰਭ ਸਰਨਾਗਤ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਨਿਤਾ ਪ੍ਰਤ ਹੋਤ ਹੈ ਸੁਣ ਹੈ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਨਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਵਾਹਿਗੁਰੂ ਪਾਰੇ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਵਾਹਿਗੁਰੂ ਪਾਰੇ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ